जिस वेले गुरमीत सिंह पिंकी CIA लुधियाना विच तैनात सन उस वेले CRP की 82ਵੀਂ बटालियन की एक टुकड़ी ने एक पिंका मोहाली नां दे खाड़कू नूं गिरफ्तार किया। इस CRP की टुकड़ी की अगवाई चंचल सिंह कर रहे सन। पिंका मोहाली का नाम नॉन हार्डकोर खाड़कुआं की लिस्ट विच सी। उस उत्ते इल्ज़ाम सी कि उसने DSP राजकिशन बेदी के भरा नूं गोली मारी सी। पिंका मोहाली तो पुछगिछ SSP सुमेध सिंह सैनी आप कर रहे सन। जदों खाड़कू ने जानकारी पक्षों कोई हथ पल्ला ना फड़ाया तो उसके मूँह विच एक साइनाइड कैप्सूल पाया गया। उसका असर ना होया। फिर उसनूं कीटनाशक दवाई जिहड़ी घोल के रखी हुई सी वो जबरदस्ती पियाई गई। उसका भी कोई असर ना होया। SSP सुमेध सिंह सैनी ने गुस्से च आके उसनूं गोली मार दी। ये गुरमीत सिंह पिंकी ने दस्सिया है। पिंका मोहाली उत्थे ढह ढेरी हो गया। गुरमीत सिंह पिंकी दसदे ने कि इस वाक़या वेले उत्थे कौन कौन हाज़र सन अते उन्हां की सुनिया ते देखिया। जिहड़ा पिंका मोहाली वाला सीगा, हाँ जी, ਇਹਦੇ ਤੇ ਕੀ ਕੇਸ ਸੀਗਾ? ਇਹ ਬੱਬਰਾਂ ਦੀ ਜਥੇਬੰਦੀ ਨਾਲ ਸੀਗਾ। ਇੱਕ ਜੱਸੀ ਮਾਲਟਾਊਨ ਵਾਲਾ ਸੀਗਾ ਬੱਬਰ, ਉਹਦਾ ਐਸੋਸੀਏਟ ਸੀਗਾ। ਇਹ ਮਾਲਟਾਊਨ ਤੋਂ ਚੰਚਲ ਸਿੰਘ ਨੇ ਫੜਿਆ ਸੀ CRP ਮੈਸੀ ਬਟਾਲੀਅਨ ਨੇ, ਜਿਹੜਾ 82 ਬਟਾਲੀਅਨ ਦਾ ਜਿਹੜਾ DSP ਸੀ। ਹਾਂ ਜੀ, ਉਹ ਇਹਨੂੰ ਲੈ ਕੇ ਆਇਆ ਸੀ। ਬੜਾ ਐਫੀਸ਼ੀਐਂਟ ਅਫੀਸਰ ਸੀ ਉਹ ਲੈਣ ਤੋਂ ਬਾਅਦ ਉਹਨੇ CIA ਨੂੰ ਦੇਤਾ। ਜਿਹੜੀ CRP ਦੀ ਟੁਕੜੀ ਹੈ ਨਾ, ਇਹ ਪੱਕੀ ਅਟੈਚ ਕੀਤੀ ਹੁੰਦੀ CI ਨਾਲ। ਅੱਛਾ, ਤੁਸੀਂ ਕਿਤੇ ਰੇਡ ਕਰਨ ਜਾਣੀ ਹੈ 10 CRP ਲੈ ਕੇ ਜਾਣਾ। ਇਹਨਾਂ ਨੂੰ ਇੰਡੀਪੈਂਡੈਂਟ ਫਰੀ ਹੈਂਡ ਦਿੱਤਾ ਹੋਇਆ ਸੀ। ਸੋ CRP ਨੂੰ ਸਿਰਫ ਸਭ ਪਤਾ ਸੀਗਾ ਵੀ ਕੀ ਹੋ ਰਿਹਾ ਵਾ। ਸਭ ਅੰਦਰ ਹੀ ਰਹਿੰਦੇ ਸੀ। ਜਦੋਂ ਫੜਦੇ ਸੀ ਕਿਸੇ ਨੂੰ ਉਹ ਆਪਣੀ ਲਿਸਟ ਦੇ ਵਿੱਚ ਕਿਤੇ ਨਾਂ ਨੂੰ ਦਰਜ ਕਰਦੇ ਸੀ। ਚੰਚਲ ਸਿੰਘ ਆਪਣੀ ਡਾਇਰੀ 'ਚ ਲਿਖਦਾ ਸੀ। ਇਹ ਪੱਕੇ ਰਹਿੰਦੇ ਵੀ ਸੀ ਇਹਦੇ ਅੰਦਰ ਹੀ ਸੀ। ਇਹਨਾਂ ਦੀ ਰੋਟੀ 82 ਬਟਾਲੀਅਨ ਦੁੱਗਰੀ ਉਹ ਗੱਡੀ ਛੱਡ ਕੇ ਜਾਂਦੀ ਸੀ। 3 ਟਾਈਮ ਦੀ ਰੋਟੀ ਉੱਥੋਂ ਇਹਨਾਂ ਦੇ 82 ਬਟਾਲੀਅਨ ਹੈੱਡਕੁਆਟਰ ਇਹਨਾਂ ਦਾ ਦੁੱਗਰੀ ਸੀਗਾ, ਉੱਥੋਂ ਹੀ ਰੋਟੀ ਆਉਂਦੀ ਸੀ। ਤੇ ਫਿਰ ਜਦੋਂ ਪਿੰਕਾ ਮੁਹਾਲੇ ਨੂੰ ਲਿਆਂਦਾ ਉੱਥੇ CIA 'ਚ ਤੇ ਉਹਦੀ ਕੋਈ ਇੰਟਰੋਗੇਸ਼ਨ ਹੋਈ? ਇੰਟਰੋਗੇਸ਼ਨ ਹੋਈ ਉਹਦੀ, ਉਹ ਉਹੀ ਗੱਲ 'ਤੇ ਅੜਿਆ ਹੋਇਆ ਸੀ। ਈਵਨ ਜੱਸੀ ਦੇ ਘਰ ਕੋਲੋਂ ਹੀ ਇਹਨੂੰ ਫੜਿਆ ਸੀ। ਉਹ ਇੱਥੋਂ ਤੱਕ ਵੀ ਕਿ ਮੈਂ ਜੱਸੀ ਨੂੰ ਜਾਣਦਾ। ਉਹਦੇ ਚੱਲਣ ਨਾਲ ਫਿਰ ਇਹਨਾਂ ਨੇ ਉਹਦੇ ਸਾਈਨਾਈਡ ਪਾਇਆ। ਉਹ ਸਾਈਨਾਈਡ ਗਿੱਲੀ ਸੀ। ਜਦੋਂ ਸਾਈਨਾਈਡ ਨੂੰ ਪਾਣੀ ਲੱਗ ਜੇ, ਕਿਹਦੇ ਸਾਈਨਾਈਡ ਪਾਇਆ? ਪਿੰਕੇ ਦੇ ਮੂੰਹ ਦੇ ਮੋਹਾਲੀ ਵਾਲੇ ਦੇ ਸਾਈਨਾਈਡ, ਪੁਲਿਸ ਨੇ ਸਾਈਨਾਈਡ ਪਾਇਆ। ਉਹਨੂੰ ਪਾਣੀ ਲੱਗਾ ਹੋਇਆ ਸੀ। ਅੱਛਾ, ਉਹ ਜਦੋਂ ਪਾਣੀ ਲੱਗ ਜਾਏ ਸਾਈਨਾਈਡ ਨੂੰ ਫਿਰ ਇਹ ਕੰਮ ਨਹੀਂ ਕਰਦੀ, ਇਫੈਕਟ ਨਹੀਂ ਕਰਦੀ ਉਸ 'ਤੇ। ਉਸ ਤੋਂ ਬਾਅਦ ਇਹਨਾਂ ਨੇ ਉਹ ਘੋੜਿਆ ਇੱਕ ਪੈਸਟੀਸਾਈਡ 'ਚ, ਉਹਨੂੰ ਡੱਬਾ ਪਿਆ। ਉਹਦੇ ਨਾਲ ਫਿਰ ਵੀ ਉਹਨੂੰ ਕੁਝ ਨਹੀਂ ਹੋਇਆ। SSP ਉੱਥੇ ਸੀ। SSP ਨੂੰ ਫਿਰ ਜਦੋਂ ਅਖੀਰ 'ਤੇ ਨਹੀਂ ਕੋਈ ਗੱਲ ਬਣੀ, ਇਹਨੇ ਕੱਢ ਕੇ ਪਿਸਤੌਲ ਉਹਦੇ ਗੋਲੀ ਮਾਰਤੀ। ਕਿੰਨੇ ਗੋਲੀ ਮਾਰੀ? SSP ਨੇ ਉਹਦੇ ਗੋਲੀ ਮਾਰਤੀ। SSP ਸੁਮੇਧ ਸਿੰਘ ਸੈਣੀ ਆਪ ਸੀ ਉਦੋਂ? ਆਪ ਸੀ। ਉਹਨੇ ਪਿੰਕੇ ਨੂੰ ਆਪ ਗੋਲੀ ਮਾਰੀ? ਹਾਂ ਜੀ। ਉੱਥੇ ਉਹ ਪਿੰਕਾ ਦਾ ਜਿਹੜਾ ਮੌਤ ਹੋ ਗਈ। ਕਿੱਥੇ ਵੱਜੀ? ਉਹਦੇ ਮੱਥੇ 'ਚ ਰੱਖ ਕੇ ਮਾਰੀ ਸੀ ਇਹਨਾਂ ਨੇ। ਤੇ ਕੋਈ ਹੋਰ ਵੀ ਜ਼ਖਮੀ ਹੋਇਆ ਕਿ ਸਿਰਫ ਉਹੀ? ਨਹੀਂ, ਉਹ ਬੰਦੇ ਤੇ ਜਦੋਂ ਕੰਮ ਨਾਲ ਲਾ ਕੇ ਉਹਦੇ ਮਾਰਤੀ, ਫਿਰ ਹੋਰ ਜ਼ਖਮੀ। ਉੱਥੇ ਕਿਹੜਾ ਫਾਇਰਿੰਗ ਹੋਈ? ਉਹਦੀ ਮੌਤ ਹੋ ਗਈ ਉੱਥੇ। ਤੇ ਫਿਰ ਕੀ ਹੋਇਆ? ਜਦੋਂ ਬੰਦਾ ਹੀ ਮਰ ਗਿਆ ਫਿਰ ਹੋਰ ਕੀ ਹੋਣਾ ਸੀਗਾ ਜੀ। ਨਹੀਂ, ਤੇ ਉਹਦੀ ਬੋਡੀ ਕੋਈ ਆਫਟਰ ਬੰਦਾ ਜੇ ਜਾਨ ਗਈ, ਬੋਡੀ ਉੱਥੇ ਕਈ ਬੰਦੇ ਗਏ, ਕਿਹੜਾ ਕੋਈ ਇੱਕ ਗਿਆ ਜੀ। ਜਿਹੜਾ ਮਰ ਗਿਆ ਉਹਨੂੰ ਚੱਕ ਕੇ, ਜਿਹੜਾ ਵੀ ਸੀਨੀਅਰ ਇਹਨਾਂ ਦਾ ਅਫੀਸਰ ਸੀ ਥੱਲੇ ਦਾ ਕਿਸੇ ਲੈਵਲ 'ਤੇ ਕੋਈ ਡਿਸਾਈਡ ਹੀ ਨਹੀਂ ਸੀ ਕਰਦੇ ਕਿ ਕੀ ਕਰਨਾ ਕੀ ਨਹੀਂ। ਉਹ ਜਿਹੜਾ ਇੰਚਾਰਜ ਹੈਗਾ ਉਹਦੇ ਹੈਂਡਓਵਰ ਕਰਦੇ ਸੀ, ਉਹ ਡਿਸਪੋਜ਼ ਆਫ ਕਰਦਾ ਉਹਨੂੰ। ਗੁਰਮੀਤ ਸਿੰਘ ਮੈਨੂੰ ਕੋਈ ਸਮਝ ਨਹੀਂ ਆਈ। ਪਹਿਲਾਂ ਉਹਨੂੰ ਸਾਈਨਾਈਡ ਪਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਨਹੀਂ ਮਰਿਆ। ਫਿਰ ਉਹਦੇ ਪੈਸਟੀਸਾਈਡ ਪਾਈ ਮੂੰਹ 'ਚ ਘੋਲ ਕੇ, ਉਹਦੇ ਨਾਲ ਵੀ ਨਹੀਂ ਮਰਿਆ। ਫਿਰ ਜਦੋਂ ਨਹੀਂ ਮਰਿਆ ਫਿਰ ਇੱਕਦਮ ਗੁੱਸੇ 'ਚ ਕੱਢ ਕੇ ਉਹਦੇ ਗੋਲੀ ਮਾਰਤੀ। ਉਹਦੇ ਨਾਲ ਉਹਦੀ ਮੌਤ ਹੋ ਗਈ। ਉੱਥੇ ਉਹ ਮਰ ਗਿਆ। ਇਹ ਲੋਕਾਂ ਨੇ ਵੇਖਿਆ ਉੱਥੇ? ਨਹੀਂ, ਲੋਕਾਂ ਨੇ ਜਿਹਨਾਂ ਨੇ ਵੇਖਣਾ ਇਹ CI ਨਹੀਂ। CI 'ਚ ਹੋਰ ਕੌਣ ਕੌਣ ਸੀ ਉਸ ਵੇਲੇ? ਬਾਕੀ ਸਟਾਫ ਸਾਰਾ ਸੀਗਾ ਜੀ ਉੱਥੇ। ਹੋਰ ਕੋਈ ਹੈ? ਸਤਪਾਲ ਡਰਾਈਵਰ ਸੀਗਾ। ਉਹ ਕਹਿੰਦਾ ਜੀ ਮੈਨੂੰ C2 ਦੇ ਦਿਓ। ਪਿੰਕਾ ਫੜਿਆ ਵੱਡਾ ਬੰਦਾ ਇਹਦਾ ਇਨਕਾਊਂਟਰ 'ਚ, ਅਤੇ ਇਹ ਉਹਦੇ ਨਾਲ ਹੱਸਣ ਲੱਗ ਗਏ। ਕਹਿੰਦੇ ਆ ਜਿਹੜਾ ਬਚਿਆ ਨਾ ਪੈਸਟੀਸਾਈਡ ਇਹ ਤੂੰ ਪੀ ਲੈ ਅਤੇ ਮੈਂ ਤੈਨੂੰ C2 ਦੇ ਦੇਣਾ। ਉਹ ਇੰਨਾ ਘਬਰਾ ਗਿਆ ਉੱਥੇ, ਕਹਿੰਦਾ ਜੀ ਮੈਨੂੰ ਲੋੜ ਹੀ ਨਹੀਂ C2 ਦੀ, ਤੁਸੀਂ ਰਹਿਣ ਦਿਓ। ਕਿਹੜਾ ਡਰਾਈਵਰ ਹੈ? ਸਤਪਾਲ ਡਰਾਈਵਰ, ਬਰਨਾਲੇ ਕੋਲ ਦਾ ਹੈਗਾ, ਸ਼ਿਵ ਕੁਮਾਰ ਦਾ ਡਰਾਈਵਰ ਸੀਗਾ। ਉਹ ਜਦੋਂ ਕੋਈ ਬੰਦਾ ਫੜਿਆ ਚੰਗਾ ਜਾਂਦਾ ਸੀ ਤਾਂ ਮੁਲਾਜ਼ਮਾਂ ਨੂੰ ਹੋ ਜਾਂਦਾ ਸੀ ਵੀ ਚਲੋ ਇਹ ਮਰੂਗਾ ਸਾਨੂੰ ਇਹਦੇ 'ਚ ਪ੍ਰਮੋਸ਼ਨ ਮਿਲੂ। ਸਤਪਾਲ ਕਹਿੰਦਾ ਜੀ ਮੇਰੇ ਅਜੇ ਵੀ ਡਰਾਈਵਰ ਹੈਗਾ ਲੁਧਿਆਣੇ, ਸਤਪਾਲ ਵੈਰੀਫਾਈ ਹੋ ਜਾਏਗਾ। ਫਿਰ ਇਸੇ ਹੀ ਬਣ ਗਿਆ ਸੀ। ਓਕੇ। ਉਹਨੂੰ ਕਹਿੰਦੇ ਵੀ ਚੱਲ ਤੈਨੂੰ C2 ਹੁਣੇ ਲਿਖ ਦਿੰਦੇ ਆ, ਤੂੰ ਆਹ ਪੀ ਲੈ। ਉਹ ਕਹਿੰਦਾ ਜੀ ਮੈਨੂੰ ਲੋੜ ਨਹੀਂ, ਮੈਨੂੰ ਪੀਂਦਾ। ਸਾਰੇ ਹੀ ਸੀਗੇ ਉੱਥੇ ਕੋਈ। ਸੋ ਉੱਥੇ ਸ਼ਿਵ ਕੁਮਾਰ ਵੀ ਸੀ? ਉੱਥੇ ਸ਼ਿਵ ਕੁਮਾਰ ਉੱਥੇ ਸੀ, ਸਤਪਾਲ ਉੱਥੇ ਸੀ।
ਚੰਚਲ ਸਿੰਘ ਡੀਐਸਪੀ ਉੱਥੇ ਜੋਗਿੰਦਰ ਡੀਐਸਪੀ ਆਪ ਉੱਥੇ ਸੀ ਚੰਚਲ ਸਿੰਘ? ਚੰਚਲ ਸਿੰਘ ਰਹਿੰਦਾ ਹੀ ਅੰਦਰ ਸੀ ਨਹੀਂ ਨਹੀਂ, ਜਦੋਂ ਇਹ ਗੋਲੀ ਮਾਰੀ ਹੈ ਫੜ ਕੇ ਤਾਂ ਉਹੀ ਲਿਆ, ਨਹੀਂ, ਪਰ ਜੋ ਗੋਲੀ ਮਾਰੀ ਹੈ ਉੱਥੇ ਹੀ ਸੀ। ਜੋਗਿੰਦਰ ਸਿੰਘ ਖਹਿਰਾ ਉੱਥੇ ਸੀ, ਐਸਪੀਡੀ। ਐਸਪੀਡੀ ਵੀ ਉੱਥੇ ਸੀ? ਐਸਪੀਡੀ ਵੀ ਉੱਥੇ ਸੀ। ਜੋਗਿੰਦਰ ਸਿੰਘ ਖਹਿਰਾ? ਹਾਂਜੀ, ਉਹ ਵੀ ਅੰਦਰ ਹੀ ਸੀ। ਤੇ ਇਹਦੀ ਕੋਈ ਇਨਕੁਆਇਰੀ ਹੋਈ ਬਾਅਦ ਚ ਵੀ ਇਹ ਕੌਣ ਸੀ, ਕਿੱਥੋਂ ਆਇਆ? ਇਹਦੀ ਤਾਂ ਹੋਵੇ ਨਾ ਜੇ ਕੋਈ ਕਿਸੇ ਨੂੰ ਇਹ ਗੱਲ ਦੱਸੀ ਹੋਵੇ ਵੀ ਇਹਦੇ ਗੋਲੀ ਮਾਰਤੀ ਜੀ, ਅੰਦਰ ਮਾਰਤਾ ਜੀ। ਨੋਬਡੀ ਨੋਜ਼ ਕਿ ਪਿੰਕਾ ਕੌਣ ਹੈ, ਹੂ ਇਜ਼ ਪਿੰਕਾ। ਉਹ ਮੋਹਾਲੀ ਦਾ ਸੀਗਾ, ਨਾਨ ਹਾਰਡਕੋਟ ਦੀ ਲਿਸਟ ਸੀਗਾ। ਉਹ ਨਾਨ ਹਾਰਡਕੋਟ ਲਿਸਟ ਕੱਢ ਕੇ ਪੜ੍ਹ ਲਿਓ, ਪਿੰਕਾ ਮੋਹਾਲੀ ਬੱਬਰਾ ਸੀਗਾ। ਹਾਰਡਕੋਰ ਦੀ ਲਿਸਟ ਨਹੀਂ ਸੀਗਾ? ਸੀਗਾ ਨਾਨ ਹਾਰਡਕੋਟ ਦੀ ਲਿਸਟ 'ਚ, ਉਹ ਮਾਰਿਆ ਗਿਆ। ਇਨਕੁਆਇਰੀ ਦਾ ਤਾਂ ਹੋਵੇ ਜੇ ਫਿਰ ਬੋਡੀ ਕਿੱਧਰ ਕੀਤੀ? ਉਹ ਬੋਡੀ ਇੰਸਪੈਕਟਰ ਸੀਏ ਦੀ ਜ਼ਿੰਮੇਵਾਰੀ ਹੈ, ਇਹਨੇ ਪਾਸੇ ਕਰਨੀ ਹੁੰਦੀ, ਇਹੀ ਕਰਦੇ ਨੇ। ਤੇ ਮਾੜਾ ਪਤਾ ਵਾ ਕੀ ਫਿਰ ਕਿਵੇਂ ਕੀਤੀ ਡਿਸਪੋਜ਼ ਆਫ? ਇਹ ਮੇਰੇ ਖਿਆਲ ਸੰਤ ਕੁਮਾਰ ਦੇ ਲੈ ਕੇ ਗਏ ਜਿਪਸੀ 'ਚ ਪਾ ਕੇ, ਉਹਨੂੰ ਨਹਿਰ ਸੁੱਟ ਕੇ। ਸੰਤ ਕੁਮਾਰ ਜਿਪਸੀ 'ਚ ਪਾ ਕੇ ਲੈ ਗਏ? ਜਿਪਸੀ 'ਚ ਪਾ ਕੇ ਇਹ ਨਹਿਰ ਸੁੱਟ ਕੇ। ਤੇ ਨਹਿਰ ਕਿਹੜੀ ਨੇੜੇ? ਭਾਖੜਾ। ਸੋ ਭਾਖੜਾ ਸਭ ਕੁਝ ਜਾਂਦਾ ਸੀ? ਵੈਸੇ ਬੜੀ ਅੱਜ ਦੱਸਿਆ ਸੀ ਮੈਂ, ਅਸੀਂ ਹੈਰਾਨ ਹਾਂ ਵੀ ਇਹੋ ਜਿਹਾ ਕੰਮ ਵੀ ਹੁੰਦਾ ਰਿਹਾ। ਇਹ ਜਿਹਾ ਬਹੁਤ ਕੁਛ ਹੋਇਆ, ਥੋੜ੍ਹਾ ਨਹੀਂ ਹੋਇਆ। ਜਦੋਂ ਕਈ ਵਾਰੀ ਸੁਣ ਕੇ ਯੂ ਕਾਂਟ ਇਮੈਜਨ, ਤੁਸੀਂ ਇਮੈਜਨ ਨਹੀਂ ਕਰ ਸਕਦੇ ਵੀ ਹਾਊ ਇਟ ਇਜ਼ ਪੋਸੀਬਲ, ਇਹ ਗੱਲਾਂ ਹੋ ਸਕਦੀਆਂ ਕਿ ਨਹੀਂ ਹੋ ਸਕਦੀਆਂ। ਬਟ ਅਸੀਂ ਤਾਂ ਸਾਰਾ ਕੁਝ ਆਪਣੇ ਅੱਖਾਂ ਨਾਲ ਦੇਖਿਆ। ਉਸੇ ਕਰਕੇ ਜਿਹੜਾ ਆਹ ਕੋਈ ਹੋਇਆ ਹੈ, ਇਹਨਾਂ ਨੂੰ ਅਸੀਂ ਚੁੱਭਦੇ ਹਾਂ, ਹੋਰ ਕੋਈ ਪ੍ਰੋਬਲਮ ਨਹੀਂ ਗੀ। ਅਸੀਂ ਮੋਹਾਲੀ 'ਚ ਪਿੰਕਾ ਮੋਹਾਲੀ ਦੇ ਭਰਾ ਅਜੀਤਪਾਲ ਨਾਲ ਗੱਲ ਕੀਤੀ। ਸ਼ਾਮ ਨੂੰ ਮੈਨੂੰ ਲੈਟਰ ਮਿਲੀ, ਉਹਦੇ 'ਚ ਫਿਰ ਲਿਖਿਆ ਸੀ ਮੇਰਾ ਮਾਮਾ ਜੀ ਦਾ ਲੈਟਰ ਸੀ, ਕਹਿੰਦੇ ਹੀ ਇਜ਼ ਨੋ ਮੋਰ। ਵੀ ਇੱਦਾਂ ਕਰਕੇ ਉੱਥੇ ਐਨਕਾਊਂਟਰ ਹੋ ਗਿਆ, ਵੀ ਇਸ ਤਰ੍ਹਾਂ ਕਰਕੇ ਅਨਫੋਰਚੂਨੇਟਲੀ ਲੁਧਿਆਣੇ। ਅਤੇ ਉਹ ਲੇਕਿਨ ਉਹ ਇੰਸੀਡੈਂਟ 15-20 ਦਿਨ ਪਹਿਲਾਂ ਹੋ ਚੁੱਕਿਆ ਸੀ। ਮੈਨੂੰ ਲੇਟ ਦੱਸਿਆ ਉਹਨਾਂ ਨੇ ਕਿਸੇ ਕਾਰਨ, ਚਲੋ ਉਸਨੂੰ ਪਤਾ ਲੱਗ ਰਿਹਾ ਸੀ ਬੋਡੀ ਨਹੀਂ ਸੀ ਮਿਲੀ, ਕੁਛ ਨਹੀਂ ਮਿਲੀ, ਨਾ ਕੋਈ ਬਿਲੋਂਗਿੰਗ ਮਿਲੇ ਉਹਨਾਂ ਦੇ। ਅਤੇ ਮਦਰ ਵੀ ਆਲਰੇਡੀ ਅਨਬੀਅਰੇਬਲ ਸੀਗੇ। ਅਤੇ ਮੈਨੂੰ ਵੀ ਇੱਥੇ ਕੋਈ ਜ਼ਿਆਦਾ ਸਾਰੇ ਦਾ ਮਾਹੌਲ ਦਾ ਕੁਝ ਪਤਾ ਨਹੀਂ ਸੀ ਵੀ ਕਿਹਨੂੰ ਫੋਲੋਅਪ ਕਰੀਏ, ਕਿਹਨੂੰ ਮਿਲੀਏ, ਕੀ ਕਰੀਏ। ਅਤੇ ਜਦ ਕਿ ਅਸੀਂ ਆਪ ਸੋਚਦੇ ਸੀ ਵੀ ਅਗਰ ਉਹਨਾਂ ਨੂੰ ਇਨਕਾਊਂਟਰ ਕਰ ਦਿੱਤਾ ਪੁਲਿਸ ਨੇ, ਤਾਂ ਐਟਲੀਸਟ ਉਹਨਾਂ ਨੂੰ ਘਰ ਪਤਾ ਸੀ ਸਾਡਾ, ਜਦੋਂ ਆ ਕੇ ਰੇਡ ਕਰਦੇ ਸੀ ਵਾਰ-ਵਾਰ। ਇਹ ਤਾਂ ਹੈ ਨਹੀਂ ਸੀ, ਦੇ ਆਰ ਅਨਅਵੇਅਰ। ਅਤੇ ਸਾਨੂੰ ਬੋਡੀ ਦੇਣੀ ਚਾਹੀਦੀ ਸੀਗੀ। ਕੋਈ ਇਨਸਾਨੀਅਤ ਇੰਨਾ ਕੁ ਤਾਂ ਡਿਮਾਂਡ ਕਰਦੀ ਹੈ ਕਿ ਬੰਦਾ ਤੁਸੀਂ ਕਿਸੇ ਦਾ ਖਤਮ ਕਰ ਦਿੱਤਾ, ਮਤਲਬ ਉਹਦਾ ਰੀਜ਼ਨ ਵੈਲਿਡ ਸੀ ਨਹੀਂ ਸੀ, ਉਹਦਾ ਇੱਕ ਡਿਫਰੈਂਟ ਇਸ਼ੂ ਹੈ ਕੋਰਟ ਦਾ ਡਿਸਿੰਗ। ਅਤੇ ਉਸ ਵਕਤ ਮਾਹੌਲ ਇੱਦਾਂ ਦਾ ਸੀਗਾ, ਪੁਲਿਸ ਕੁਛ ਵੀ ਕਰ ਸਕਦੀ ਸੀ। ਤੋ ਹਾਂ, ਲੱਗਦਾ ਸੀ ਵੀ ਕਰਤਾ ਹੋਣਾ, ਕੋਈ ਵੱਡੀ ਗੱਲ ਨਹੀਂ, ਕਿਉਂਕਿ ਇਹਨਾਂ ਨੇ ਦੇਖਿਆ ਵੀ ਉਹ ਮਤਲਬ ਮੁੱਠਭੇੜ ਨਾ ਵੀ ਹੋਈ ਹੋਵੇ, ਵੈਸੇ ਕਿਸੇ ਨੂੰ ਮਾਰ ਕੇ ਕਹਿ ਦੇਣ ਜੀ ਆਪਣਾ ਉਹ ਉਹਨਾਂ ਨੇ ਸਾਡਾ ਮੁਕਾਬਲਾ ਕੀਤਾ ਸੀ, ਮਾਰਤਾ। ਹਾਲਾਤ ਹੈ ਨਹੀਂ ਸੀ ਕਿ ਕੋਈ ਅਪਰੋਚ ਕਰਨਾ ਸੀ ਜ਼ਿਆਦਾ। ਪੁਲਿਸ ਟੈਰਰ, ਮਤਲਬ ਇੱਕ ਤਾਂ ਪੁਲਿਸ ਇੱਕ ਸੈਕੰਡ ਟੈਰਰਿਸਟ ਪੁਲਿਸ ਨੂੰ ਮੰਨਦੇ ਸੀ ਆਮ ਬੰਦੇ, ਵੀ ਪੁਲਿਸ ਨੇ ਇਨਸਾਫ ਨਹੀਂ ਕਰਨਾ, ਅਤੇ ਪੁਲਿਸ ਵੀ ਤੁਹਾਨੂੰ ਮਤਲਬ ਉਹ ਕਰ ਸਕਦੀ ਹੈ, ਵੀ ਐਕਸਪਲੋਇਟ ਕਰ ਸਕਦੀ ਹੈ। ਅਤੇ ਕੋਈ ਪੁਲਿਸ ਕੋਲ ਜਾਂਦਾ ਨਹੀਂ ਸੀ, ਜੋ ਪੁਲਿਸ ਨੇ ਕਰਤਾ ਠੀਕ ਹੈ, ਅਗਲੇ ਘਰ ਚੁੱਪ ਕਰਕੇ ਬਹਿ ਜਾਂਦੇ ਸੀ, ਜਿੱਦਾਂ ਅਸੀਂ ਬਹਿ ਗਏ। ਜਿਸ ਵੇਲੇ ਪਿੰਕੀ ਦੀ ਪੋਸਟਿੰਗ ਲੁਧਿਆਣੇ ਵਿੱਚ ਸੀ, ਤਾਂ ਉਸਨੇ ਦੱਸਿਆ ਕਿ ਕਿਵੇਂ ਕਈ ਹੋਰ ਅੱਤਵਾਦ ਦੇ ਕੇਸਾਂ 'ਚ ਦੋਸ਼ੀਆਂ ਨੂੰ ਬਿਨਾਂ ਗ੍ਰਿਫਤਾਰੀ ਪਾਏ ਮਾਰਿਆ ਜਾਂਦਾ ਸੀ। ਇੱਕ ਕੇਸ 'ਚ ਉਸਨੇ ਦੱਸਿਆ ਕਿ ਕਿਵੇਂ ਇੱਕ ਮਿਲੀਟੈਂਟ ਆਤਮਜੋਤ ਸਿੰਘ ਰਾਜੂ ਨੂੰ ਇੱਕ ਪੁਲਿਸ ਕੈਟ ਜ਼ਰੀਏ 1992-93 'ਚ ਡੁਗਰੀ ਨਹਿਰ ਦੇ ਨੇੜੇ ਬੁਲਾ ਕੇ ਗੋਲੀਆਂ ਮਾਰ ਦਿੱਤੀਆਂ ਸਨ। ਪਿੰਕੀ ਮੁਤਾਬਕ ਇਹ ਪੁਲਿਸ ਕਾਰਵਾਈ ਨੂੰ ਅੰਜਾਮ ਉਸ ਵੇਲੇ ਦੇ ਐਸਪੀ ਆਪਰੇਸ਼ਨ BS ਗਿੱਲ ਅਤੇ ਇੰਸਪੈਕਟਰ HB ਸਿੰਘ ਨੇ ਦਿੱਤਾ ਸੀ। ਕਿਹਾ ਇਹ ਗਿਆ ਕਿ ਇਹ ਇੱਕ ਅਣਪਛਾਤੇ ਅੱਤਵਾਦੀ ਦਾ ਮੁਕਾਬਲਾ ਹੋਇਆ ਹੈ। ਜਿਹੜੀ ਆ 92-93 ਦੀ ਗੱਲ ਕਰ ਰਹੇ ਹਾਂ, ਉਦੋਂ ਲੁਧਿਆਣੇ 'ਚ ਇੱਕ ਹੋਰ ਖਾੜਕੂ ਸੀਗਾ ਆਤਮਜੋਤ ਸਿੰਘ ਰਾਜੂ, ਉਹਦੀ ਵੀ ਉੱਥੇ ਕਹਿੰਦੇ ਐਨਕਾਊਂਟਰ ਹੋਇਆ ਸੀ ਉਹਦਾ। ਉਹ ਕੋਈ ਤੁਹਾਡੇ ਨਿਗਾਹ 'ਚ ਹੈ? ਇਹ ਭਗੌੜਾ ਸੀਗਾ, ਇਹਦੇ ਖਿਲਾਫ ਕਈ ਕੇਸ ਦਰਜ ਸੀਗੇ। ਲੁਧਿਆਣੇ ਦਾ ਰਹਿਣ ਵਾਲਾ ਸੀ, ਕੁਛ ਦੇਰ ਬੰਬੇ ਵੀ ਚਲਾ ਗਿਆ। ਇਹਨੇ ਇੱਕ ਡਾਕਾ ਵੀ ਮਾਰਿਆ ਸੀਗਾ, ਜਿਹੜੀ ਉਹ ਕਾਰਪੋਰੇਸ਼ਨ ਦਾ ਨਾ 20 ਲੱਖ ਰੁਪਇਆ ਲੁੱਟਿਆ ਗਿਆ, ਚੁੰਗੀਆਂ ਦਾ ਕੈਸ਼। ਅੱਛਾ, ਉਹ ਇਹੀ ਲੁੱਟ ਕੇ ਲੈ ਗਿਆ ਸੀ। ਬਟ ਉਹ ਇੰਡੀਪੈਂਡੈਂਟਲੀ ਟੋਟਲ ਜਿਹੜਾ ਬਲਵੰਤ ਸਿੰਘ ਗਿੱਲ ਐਸਪੀ ਆਪਰੇਸ਼ਨ ਨੇ ਇਹਦਾ ਕੀਤਾ ਸੀਗਾ ਸਾਰਾ ਆਪਰੇਸ਼ਨ, ਉਹ ਇਹਦਾ ਨਾਲ ਦਾ ਕੋਈ ਬੰਦਾ ਉਹਨਾਂ ਨੇ ਆਪਣੇ ਕਬਜ਼ੇ 'ਚ ਕਰਕੇ ਇਹਨੂੰ ਬੁਲਾ ਲਿਆ ਦੁਗਰੀ ਨਹਿਰ ਦੇ ਕੋਲ। ਡੁਗਰੀ ਨਹਿਰ ਦੇ ਕੋਲ? ਨਹਿਰ ਦੇ ਕੋਲ ਇਹ ਮੋਟਰਸਾਈਕਲ 'ਤੇ ਆਇਆ, ਅਤੇ ਉਹ ਜਿਹੜਾ ਬੰਦਾ ਨਾਲ ਸੀ ਉਹ ਇਹਨੂੰ ਲੈ ਕੇ ਆਇਆ। ਉਹ BS ਗਿੱਲ ਦਾ ਸਾਰਾ ਪਲਾਂਟਡ ਸੀਗਾ। ਇਹਨਾਂ ਨੇ ਉਹਦੇ ਉੱਥੇ ਹੀ ਗੋਲੀਆਂ ਮਾਰ ਕੇ, ਅਤੇ HB ਸਿੰਘ ਵਾਜ਼ SHO ਐਟ ਦੈਟ ਟਾਈਮ ਇਨ ਡਿਵੀਜ਼ਨ ਨੰਬਰ 5। ਇਹ ਮਾਲਟਾਊਨ ਜਿਹੜੀ ਹੈ ਚੌਂਕੀ ਹੁੰਦੀ ਸੀ 5 ਨੰਬਰ ਡਿਵੀਜ਼ਨ ਦੀ, ਉੱਥੇ ਉਹ ਪਰਚਾ ਦਰਜ ਹੋਇਆ ਵੀ ਅਣਪਛਾਤਾ ਇੱਕ ਜਿਹੜਾ ਖਾੜਕੂ ਹੈ ਉਹ ਮਾਰਿਆ ਗਿਆ।
ਤੇ ਉੱਥੇ ਫਿਰ ਮਨਮੋਹਨ ਸਿੰਘ ਜਿਹੜਾ ਇੰਸਪੈਕਟਰ ਸੀਗਾ ਸੀਗਾ ਇਹ ਵੀ ਉੱਥੇ ਮੌਕੇ 'ਤੇ ਗਿਆ ਤੇ ਇੱਦਾਂ ਆਤਮਜੀਤ ਸਿੰਘ ਰਾਜੂ ਜਿਹੜਾ ਉੱਥੇ ਪਰ ਪਤਾ ਸੀਗਾ ਵੀ ਆਤਮਜੀਤ ਸਿੰਘ ਅਣਪਛਾਤਾ ਨਹੀਂ ਸੀ। ਟੋਟਲ ਇਹਨਾਂ ਨੂੰ ਇੱਕ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਉਹਨੇ ਕੱਲ੍ਹ ਆਉਣਾ ਉੱਥੇ ਤੇ ਉਹ ਸਾਰਾ ਪਲਾਂਟਡ ਕੰਮ ਸੀ, ਪਲਾਂਟ ਕਰਕੇ ਇਹਨਾਂ ਨੇ ਉੱਥੇ ਉਹ ਮਾਰਿਆ ਗਿਆ। ਉਹਨਾਂ ਦਿਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ SP ਆਪਰੇਸ਼ਨ ਸੀਗੇ BS ਗਿੱਲ, ਉਹ CRPF ਦੇ ਆਫੀਸਰ ਸੀਗੇ ਜਿਹੜੇ ਪੰਜਾਬ ਪੁਲਿਸ ਦੇ ਡੈਪੂਟੇਸ਼ਨ ਤੇ ਸੀ। ਉਹਨਾਂ ਨੂੰ ਅਸੀਂ ਕਈ ਮਸਲਿਆਂ ਬਾਰੇ ਪੁੱਛਿਆ, ਜਿਹਦੇ 'ਚ ਪ੍ਰੋਫੈਸਰ ਬੁਲਾਰਾ ਦੀ ਜਿਹੜੀ ਅਰੈਸਟ ਔਰ ਕਿਲਿੰਗ ਆ ਉਹਦੇ ਬਾਰੇ ਵੀ ਪੁੱਛਿਆ। ਇੱਕ ਨਾ ਤੁਹਾਡਾ ਕੋਈ ਪੁਰਾਣਾ ਤੁਹਾਡੇ ਨਾਲ ਕਿਸੇ ਬੰਦੇ ਨੇ ਕੰਮ ਕੀਤਾ ਵਾ, ਉਹ ਕੁਝ ਪੁਲਿਸ ਬਾਰੇ ਖੁਲਾਸੇ ਕਰ ਰਿਹਾ ਵਾ। ਅ ਜੈਂਟਲਮੈਨ ਕਾਲਡ ਗੁਰਮੀਤ ਸਿੰਘ ਪਿੰਕੀ। ਹਾਂਜੀ ਪਿੰਕੀ, ਉਹ ਮੁੰਡਾ ਇੰਸਪੈਕਟਰ ਜਿਹੜਾ ਉਹ ਇੱਕ ਇੰਸਪੈਕਟਰ ਜਿਹੜਾ ਹੈਗਾ। ਹਾਂਜੀ ਹਾਂਜੀ ਹਾਂ, ਗੁਰਮੀਤ ਸਿੰਘ ਪਿੰਕੀ ਜਿਹੜਾ ਪਿੱਛੇ ਜੇ ਮੇਰੇ ਖਿਆਲ ਉਹਨੂੰ ਉਮਰ ਕੈਦ ਵੀ ਹੋਈ ਸੀਗੀ, ਉਹਦੇ ਵਿੱਚ ਉਮਰ ਕੈਦ ਹੋ ਗਈ ਜੀ, ਕੱਟ ਲਈ ਜੀ, ਫਿਰ ਉਹ ਰੀਇਨਸਟੇਟ ਹੋ ਗਿਆ, ਫਿਰ ਉਹਨੂੰ ਡਿਸਮਿਸ ਕਰਤਾ। ਹਾਂ ਕੰਟਰੋਵਰਸ਼ੀਅਲ। ਹਾਂਜੀ ਹਾਂਜੀ ਹਾਂਜੀ। ਅੱਛਾ, ਉਹ ਇਨ ਫੈਕਟ ਹੀ ਇਜ਼ ਟਾਕਿੰਗ ਅਬਾਊਟ ਹਿਜ਼ ਓਨ ਇਨਵੋਲਵਮੈਂਟ ਐਂਡ ਆਲਸੋ ਅਬਾਊਟ ਦ ਇਨਵੋਲਵਮੈਂਟ ਆਫ ਹੂਐਵਰ ਐਲਸ ਵਾਜ਼ ਵਿਦ ਹਿਮ ਇਨ ਦੋਜ਼ ਡੇਜ਼। ਉਹ ਬੇਸਿਕਲੀ ਕਹਿ ਰਿਹਾ ਵਾ ਵੀ ਸਿਰਫ ਅਸੀਂ ਲੋਕੀ ਕਿਉਂ ਸਫਰ ਕਰੀਏ, ਅਸੀਂ ਤੇ ਜੋ ਕੀਤਾ ਵਾ ਵੱਡੇ ਅਫਸਰਾਂ ਦੇ ਹੁਕਮ ਤੇ ਹੀ ਕੀਤਾ ਵਾ। ਅੱਛਾ ਜੀ ਜੀ ਜੀ। ਤੇ ਉਹਨੇ ਕੁਝ ਇਹੋ ਜਿਹੇ ਐਕਸਪੋਜ਼ਸ ਕੀਤੇ ਆ, ਖੁਲਾਸੇ ਕੀਤੇ ਆ, ਤੇ ਜਿਹਦੇ ਤੁਹਾਡਾ ਨਾਮ ਹੀ ਉਹਨੇ ਜ਼ਿਕਰ ਕੀਤਾ 3-4 ਥਾਵਾਂ ਤੋਂ। ਤੇ ਮੈਂ ਕਨਫਰਮ ਕਰਨਾ ਚਾਹੁੰਦਾ ਸੀ ਕਿ ਮੈਂ ਕਿਤੇ ਉਹ ਜੋ ਕਹਿ ਰਿਹਾ ਵਾ ਉਹ ਸਹੀ ਵੀ ਹੈ ਕਿ ਨਹੀਂ ਹੈ। ਫੋਰ ਐਗਜ਼ਾਮਪਲ, ਇੱਕ ਤੇ ਉਹ ਗੱਲ ਕਰ ਰਿਹਾ ਵੀ ਜਦੋਂ ਪ੍ਰੋਫੈਸਰ ਰਜਿੰਦਰਪਾਲ ਬੁਲਾਰਾ ਨੂੰ ਫੜਿਆ ਸੀਗਾ, ਉਹ ਕਹਿ ਰਿਹਾ ਵੀ ਉਹਨੂੰ ਚੰਡੀਗੜ੍ਹੋਂ ਫੜ ਕੇ ਅਸੀਂ ਲੈ ਕੇ ਗਏ, ਤੇ ਜਦੋਂ ਲੈ ਕੇ ਗਏ ਅਸੀਂ ਲੁਧਿਆਣੇ ਦੇ ਵਿੱਚ, ਤੇ ਉੱਥੇ SSP ਸੁਮੇਧ ਸਿੰਘ ਸੈਣੀ ਔਰ ਮਿਸਟਰ BS ਗਿੱਲ ਉੱਥੇ SP ਆਪਰੇਸ਼ਨ ਸੀ, ਇਹਨਾਂ ਦੇ ਸਾਹਮਣੇ ਅਸੀਂ ਲੈ ਕੇ ਗਏ ਉੱਥੇ ਡੁਗਰੀ ਦੇ ਵਿੱਚ। ਅੱਛਾ। ਸੋ ਔਰ ਉਸ ਤੋਂ ਬਾਅਦ ਉਹਦੀ ਇੰਟਰੋਗੇਸ਼ਨ ਹੋਈ ਆ, ਤੇ ਉਸ ਤੋਂ ਬਾਅਦ ਉਹਨੂੰ ਅਗਲੇ ਦਿਨ ਉਹਦਾ ਐਨਕਾਊਂਟਰ ਕੀਤਾ ਗਿਆ ਵਾ। ਹਾਂ ਅੱਛਾ। ਸੋ ਇਜ਼ ਦਿਸ ਰਾਈਟ? ਸੁਣ ਸਾਹਿਬ, ਗੱਲ ਇਹ ਆ ਵੀ ਇਹ ਗੱਲ ਹੈਗੀ ਆ ਬਹੁਤ ਪੁਰਾਣੀ, ਮੇਰਾ ਖਿਆਲ 89 25 ਜਨਵਰੀ 26 ਜਨਵਰੀ 89 ਦੀ ਗੱਲ ਹੈ ਕੁਛ ਸਮਥਿੰਗ ਇੱਦਾਂ ਦੀ, ਜੋ ਵੀ ਹੈ ਡੇਟ ਤਾਂ ਐਗਜ਼ੈਕਟਲੀ ਮੈਨੂੰ ਯਾਦ ਹੀ ਨਹੀਂ ਹੈ ਜੀ। ਤੇ ਮੈਂ ਜੇ ਤੁਸੀਂ ਕਹੋ ਕਿ ਆਫ ਹੈਂਡ ਜਵਾਬ ਦੇ ਦੇਵਾਂ ਇਹਦਾ ਕਿ ਵੇਅਰ ਇਟ ਸਟੈਂਡਸ ਵਾਟ ਐਗਜ਼ੈਕਟਲੀ ਇਟ ਇਜ਼, ਤੇ ਮੇਰਾ ਖਿਆਲ ਮੇਰੇ ਲਈ ਜਾਇਜ਼ ਨਹੀਂ ਹੋਏਗਾ। ਮੈਂ ਸਡਨਲੀ ਆਈ ਮੇ ਨਾਟ ਬੀ ਏਬਲ ਟੂ ਜਸਟਿਸ ਵਿਦ ਈਦਰ ਮੀ ਔਰ ਯੂ ਔਰ ਵਿਦ ਪਿੰਕੀ ਈਵਨ। ਨਹੀਂ, ਮੈਂ ਕਮੈਂਟ ਨਹੀਂ ਕਰੂੰਗਾ ਇਸ ਕਰਕੇ ਕਿ ਮੈਂ ਇੰਨਾ ਕੁਛ ਹੋਇਆ ਉਹਨਾਂ ਦਾ ਉਸ 8-10 ਸਾਲ ਦੇ ਵਿੱਚ ਕਿ ਇਫ ਆਈ ਸੇ ਸਮਥਿੰਗ ਆਫ ਹੈਂਡ ਜੀ I don't think I will be correct। ਨਹੀਂ, ਤੁਹਾਨੂੰ ਯਾਦ ਹੀ ਨਹੀਂ ਇਸ ਕੇਸ ਦਾ? ਸਭ ਤੈਨੂੰ ਯਾਦ ਰੱਖੀਏ ਜੀ, ਦੱਸੋ ਤੁਸੀਂ ਤਾਂ ਬੜੇ ਇਸ ਕੰਮ 'ਚ ਵੀ ਇਨਵੋਲਵ ਰਹੇ ਹੋ। ਇੱਦਾਂ ਮੈਨੂੰ ਹੁਣ ਇੱਦਾਂ ਜੇ ਕੋਈ ਯਾਦ ਆ, ਮੈਂ ਤਾਂ ਬੈਠ ਕੇ ਮੜਿਆ ਦਿਮਾਗ ਨੂੰ ਹੱਥ ਮਾਰਾਂ ਤਾਂ ਫੇਰ ਹੀ ਸਮਝ ਆਊਗੀ ਗੱਲ ਦੀ। ਦੋ ਆਈ ਨੋ ਪਿੰਕੀ, I don't deny ਪਿੰਕੀ is serving under me for a long time। ਅੱਛਾ, ਉਹਨੇ ਇਹ ਵੀ ਕਿਹਾ ਵਾ ਕਿ ਉਸ ਵੇਲੇ ਉੱਥੇ ਇੱਕ ਬੰਦਾ ਅਸੀਂ ਫੜਿਆ ਸੀਗਾ, ਗੁਰਚਰਨ ਸਿੰਘ ਸੈਦਪੁਰ, ਜਿਹੜਾ ਸਾਡੇ ਨਾਲ CRPA ਦੇ ਨਾਲ, CIA ਦੇ ਨਾਲ, ਲੁਧਿਆਣਾ ਪੁਲਿਸ ਦੇ ਨਾਲ ਆਲਮੋਸਟ 1-1.5 ਸਾਲ ਸਾਡੇ ਨਾਲ ਚੱਲਦਾ ਰਿਹਾ। ਉਹ ਲੋਕਾਂ ਨੂੰ ਪਛਾਣਦਾ ਵੀ ਸੀਗਾ, ਉਹਨੇ ਲੋਕੀ ਪਛਾਣੇ ਵੀ, ਔਰ ਸਾਨੂੰ ਅਰੈਸਟ ਦੇ ਵਿੱਚ ਉਹਨੇ ਹੈਲਪ ਵੀ ਕੀਤੀ, ਔਰ ਪ੍ਰੋਫੈਸਰ ਬੁਲਾਰਾ ਦੀ ਅਰੈਸਟ ਦੇ ਵਿੱਚ ਵੀ ਉਹਨੇ ਹੈਲਪ ਕੀਤੀ। ਗੁਰਚਰਨ ਸਿੰਘ ਧਾਲੀਵਾਲ ਸੈਦਪੁਰ ਦਾ ਸੀ, ਗੁਰਚਰਨ ਸਿੰਘ ਸੈਦਪੁਰ ਵੀ ਕਹਿੰਦੇ ਸੀ ਉਹਨੂੰ। ਅੱਛਾ, ਗੱਲ ਤਾਂ ਉੱਥੇ ਆ ਜਾਂਦੀ ਸੀ ਕਿ ਚੀਜ਼ਾਂ ਨਿਕਲ ਗਈਆਂ। ਉਸ ਤੋਂ ਬਾਅਦ ਮੈਂ ਪੰਜਾਬ ਪੁਲਿਸ ਚੋਂ ਨਿਕਲ ਗਿਆ, ਪੰਜਾਬ ਪੁਲਿਸ ਨਿਕਲ ਕੇ CRP ਚਲੇ ਗਿਆ, CRP ਤੋਂ ਵੀ 10 ਦੇ ਵਿੱਚ ਰਿਟਾਇਰ ਹੋ ਕੇ ਆਰਾਮ ਨਾਲ ਚੰਡੀਗੜ੍ਹ ਬੈਠੇ ਆ। ਮੈਮੋਰੀ ਇੰਨੀ ਜਲਦੀ ਤਾਂ ਰਿਕਲੈਕਟ ਕਰਨਾ ਔਖਾ। ਸੋ ਤੁਸੀਂ ਉਸ ਪੀਰੀਅਡ ਨੂੰ ਭੁੱਲਣਾ ਚਾਹੁੰਦੇ ਜਿਹਦਾ ਮਤਲਬ? ਨੈਚੁਰਲੀ ਮੈਂ ਆਈ ਨੋ ਵਿਦ ਹੋਮ ਆਈ ਐਮ ਟਾਕਿੰਗ। ਜਿਵੇਂ ਸੁਖਦੇਵ ਸਿੰਘ ਬੱਬਰ ਦੀ ਅਰੈਸਟ ਹੋਈ ਆ ਅਗਸਤ 92 ਦੇ ਵਿੱਚ, ਤੇ ਉਹ ਕਹਿ ਰਿਹਾ ਵੀ ਉਦੋਂ SSP ਮਿਸਟਰ ਚੱਤੋਪਾਧਿਆਏ ਨੇ ਲੀਡ ਕੀਤੀ ਪਾਰਟੀ, ਤੇ ਉਹ ਕਾਰ 'ਚ ਬੈਠੇ ਸੀ, ਔਰ ਤੁਸੀਂ ਵੀ ਨਾਲ ਸੀ ਜਦੋਂ ਉਹਨੂੰ ਅਰੈਸਟ ਕੀਤਾ ਵਾ ਪਟਿਆਲੇ ਦੇ ਵਿੱਚੋਂ, ਔਰ ਉਹ ਕਹਿੰਦਾ ਮੈਂ ਆਪ ਵੀ ਨਾਲ ਸੀ, ਗੁਰਮੀਤ ਸਿੰਘ ਪਿੰਕੀ ਵੀ ਨਾਲ ਸੀ। ਅੱਛਾ। ਸੁਖਦੇਵ ਸਿੰਘ ਬੱਬਰ ਜਿਹੜਾ ਬੱਬਰ ਖਾਲਸਾ ਦਾ ਹੈੱਡ ਸੀਗਾ ਉਸ ਵੇਲੇ, ਔਰ ਉਹਨੂੰ ਫਿਰ ਉੱਥੋਂ ਅਸੀਂ ਫੜ ਕੇ ਤੇ ਲਿਜਾ ਕੇ ਤੇ ਉਹਦਾ ਫਿਰ ਲੁਧਿਆਣੇ ਦੇ ਕੋਲ ਜਾ ਕੇ ਸਾਹਨੇਵਾਲ ਦੇ ਕੋਲ ਉਹਦਾ ਐਨਕਾਊਂਟਰ ਕੀਤਾ। ਆਈ ਮੀਨ ਹੀ ਇਜ਼ ਟਾਕਿੰਗ ਅਬਾਊਟ ਆਲ ਦਿਸ। ਦੇਖੋ ਗੱਲ ਏਦਾਂ ਸੀ ਸਰ ਜੀ, ਇਹ ਪੁਲਿਸ ਤੋਂ ਮੈਂ ਜੋ ਸਮਝਦਾ ਕਿ ਤੰਗ ਹੈ ਮਹਿਕਮੇ ਤੋਂ ਜੀ, ਕਿ ਇਹਦੀ ਇੱਕ ਤਾਂ ਇਹਦੀ ਸਜ਼ਾ ਹੋ ਗਈ ਉਮਰ ਕੈਦ ਦੀ 10 ਸਾਲ ਜਾਂ ਜੋ ਵੀ ਹੈ, 10 ਸਾਲ ਸਜ਼ਾ ਭੁਗਤ ਕੇ ਬਾਹਰ ਆ ਗਿਆ, ਚਲੋ ਉਹ ਤਾਂ ਠੀਕ ਹੈ, ਉਹਦਾ ਹੱਕ ਹੈ। Once he is through with the punishment, it's okay ਜੀ।
ਉਸ ਤੋਂ ਬਾਅਦ ਇਹਨੇ somehow I don't know, I honestly I do not know ਕਿ ਕਿਸ ਤਰ੍ਹਾਂ ਜਾ ਕੇ ਬਹਾਲ ਹੋਇਆ, ਇਹਨੂੰ ਐਜ਼ ਹੈਡ ਕਾਂਸਟੇਬਲ ਬਹਾਲ ਕਰਤਾ DIG ਨੇ, ਜਿਹੜਾ ਲੁਧਿਆਣੇ ਵਾਲਾ ਸੀ। And then ਜਿਸ ਵੇਲੇ ਨਿਊਜ਼ ਨਿਕਲੀ, ਮੇਰਾ ਖਿਆਲ there was some political reaction, there was some social reaction from the father of the child, ਜਿਹੜਾ ਮਾਰਿਆ ਗਿਆ ਸੀਗਾ ਮੁੰਡਾ ਜੀ। ਤੇ then he was again dismissed by the IG ਜੀ। ਉਸ ਤੋਂ ਬਾਅਦ ਮੇਰਾ ਖਿਆਲ ਹੈ he has gone to the high court। my information in this extent is only through the newspapers। ਮੈਨੂੰ ਮਿਲਿਆ ਨਹੀਂ ਕਾਫੀ ਦਿਨਾਂ ਤੋਂ in the sense ਕਿ ਮੇਰਾ ਖਿਆਲ ਸਾਲ ਹੋ ਗਿਆ ਹੋਣਾ। ਰਾਈਟ ਰਾਈਟ। ਹੈ ਤੇ ਔਰ ਮੈਂ ਕੋਸ਼ਿਸ਼ ਕਰਦਾ ਰਿਹਾ ਜਦੋਂ ਇਹਦੇ ਬਾਰੇ ਨਿਊਜ਼ਪੇਪਰ 'ਚ ਆਇਆ ਕਿ ਇਹਨੂੰ ਮੇਰਾ ਇਹਦਾ ਫੋਨ ਨੰਬਰ ਬਦਲ ਗਿਆ, ਤੇ ਹੁਣ ਮੈਨੂੰ 15 ਕੁ ਦਿਨ ਪਹਿਲਾਂ ਇਹਨੂੰ ਆਪਣਾ ਫੋਨ ਨੰਬਰ ਦਿੱਤਾ। ਮੇਰੀ ਗੱਲ ਹੋਈ, ਮੈਂ ਕਿਹਾ ਪਿੰਕੀ ਤੂੰ ਕਿੱਥੇ ਰਹਿਣ ਦੇ? ਠੀਕ ਹੈ ਸਰ, ਮੈਂ ਤਾਂ ਆਪਣੇ ਘਰੇ ਹੁੰਦਾ, ਮੈਂ ਕਿੱਥੇ ਜਾਣਾ? ਮੈਂ ਚੱਲ ਮਿਲਦੇ ਹਾਂ। ਉਹ ਬਾਈ ਚਾਂਸ ਮੇਰਾ ਇਹ ਹੋਇਆ ਕਿ ਮੈਂ ਬੰਬੇ ਚਲਾ ਗਿਆ, ਬੰਬੇ ਤੋਂ ਮੈਂ ਪਰਸੋਂ ਵਾਪਸ ਆਇਆ। ਰਾਈਟ ਨਾਓ ਆਈ ਐਮ ਦਿੱਲੀ, ਆਈ ਐਮ ਗੋਇੰਗ ਟੂ ਭੁਵਨੇਸ਼ਵਰ। ਓਕੇ ਓਕੇ। ਤੇ ਉੱਥੋਂ ਮੈਂ ਵਾਪਸ ਆਉਣਾ ਮੇਰੇ ਖਿਆਲ 8 ਜਾਂ 9 ਤਰੀਕ ਨੂੰ। ਰਾਈਟ ਰਾਈਟ। ਤੇ ਇਹਦੇ ਦੌਰਾਨ ਇਹ ਕੀ ਕਰਦਾ ਰਿਹਾ, ਇਹ ਮੇਰੇ ਖਿਆਲ ਹੀ disgruntled and not happy with the authorities, those who dismiss him or those who are responsible for his dismissal or something। ਨਹੀਂ, ਉਹ ਪਤਾ ਕੀ ਹੈ ਗਿੱਲ ਸਾਹਿਬ, ਦੇਖੋ ਡਿਸਗਰੰਟਲ ਤੇ ਉਹ ਜ਼ਰੂਰ ਹੈ, ਪਰ ਜੇ ਉਹ ਕਹਿ ਰਿਹਾ ਵਾ, ਜੇ ਇਹਦੇ 'ਚ ਕੋਈ ਐਲੀਮੈਂਟ ਆਫ ਟਰੂਥ ਹੋਵੇ, ਜੇ ਸੱਚਾਈ ਹੈ ਵਾ, ਤੇ ਹੈ ਤੇ ਇਹ ਸਾਰੇ ਗੈਰ ਕਾਨੂੰਨੀ ਕੰਮ ਹੀ ਸੀ ਨਾ। ਆਫਟਰ ਆਲ ਜੇ ਕਿਸੇ ਬੰਦੇ ਨੂੰ ਤੁਸੀਂ ਅਰੈਸਟ ਕਰ ਲਿਆ ਵਾ ਤੇ ਉਹਨੂੰ ਫਿਰ ਉਹਦੀ, ਜੇ ਉਹਨੂੰ ਆਪਣੀ ਹਿਰਾਸਤ 'ਚ ਲੈ ਲਿਆ ਤਾਂ ਉਹਦੀ ਅਰੈਸਟ ਪੈਣੀ ਚਾਹੀਦੀ ਆ। ਉਹਨੂੰ ਤੁਸੀਂ ਝੂਠੇ ਐਨਕਾਊਂਟਰ ਤੇ ਨਹੀਂ ਨਾ ਮਾਰ ਸਕਦੇ। ਆਪਣਾ ਕਾਨੂੰਨ ਤੇ ਇਹੋ ਹੀ ਕਹਿੰਦਾ। ਤੁਸੀਂ ਜੋ ਕਹਿ ਰਹੇ ਹੋ ਲੀਗਲੀ ਕਰੈਕਟ ਕਰ ਰਹੇ ਹੋ ਜੀ। ਤੁਸੀਂ ਜੋ ਕਹਿ ਰਹੇ ਹੋ ਲੀਗਲੀ, ਪਰ ਉਹ ਜੋ ਕਹਿ ਰਿਹਾ ਵਾ, ਉਹ ਕਹਿ ਰਿਹਾ ਵੀ ਇਹ ਨਹੀਂ ਹੋਇਆ, ਇਹਨਾਂ ਦੀ ਅਰੈਸਟ ਲੋਕਾਂ ਦੀ ਨਹੀਂ ਪਾਈ ਔਰ ਉਹਨਾਂ ਨੂੰ ਅਸੀਂ ਝੂਠੇ ਐਨਕਾਊਂਟਰ 'ਚ ਮਾਰਿਆ ਵਾ। ਆਈ ਡੋਨਟ ਨੋ ਕਿੱਥੋਂ ਇੰਨਾ ਕੁਝ ਯਾਦ ਆ ਗਿਆ ਸਡਨਲੀ ਆਫਟਰ almost 16 17 18 years। ਰਾਈਟ ਰਾਈਟ। ਇੱਕ ਹੋਰ ਕੇਸ ਦੇ ਬਾਰੇ ਉਹ ਗੱਲ ਕਰ ਰਿਹਾ 92 93। ਮੈਂ ਇਸ ਕਰਕੇ ਤੁਹਾਨੂੰ ਪੁੱਛ ਰਿਹਾ ਹਾਂ ਗਿੱਲ ਸਾਹਿਬ, ਇਨ ਆਲ ਫੇਅਰਨੈਸ, ਤੁਸੀਂ ਕੋਈ ਬੰਦਾ ਵੀ ਜੇ ਕਿਸੇ ਦੇ ਬਾਰੇ ਕਹਿੰਦਾ ਵਾ ਤੇ ਉਹਦੀ ਫਿਰ ਉਸ ਚੀਜ਼ ਨੂੰ ਐਸਰਟੇਨ ਕਰਨਾ ਸਾਡਾ ਫਰਜ਼ ਬਣਦਾ। I realize and I know how responsible you are, I know it। ਫੋਰ ਐਗਜ਼ਾਮਪਲ ਇੱਕ ਹੋਰ ਕੇਸ ਉਹ ਕਹਿ ਰਿਹਾ ਵਾ ਕਿ 92 93 ਦੇ ਵਿੱਚ ਕੋਈ ਆਤਮਜੋਤ ਸਿੰਘ ਰਾਜੂ ਕੋਈ ਲੜਕਾ ਸੀਗਾ, ਮਿਲੀਟੈਂਟ ਸੀ, ਅਕਿਊਜ਼ ਸੀਗਾ ਉਹ, ਉਹਨੂੰ ਤੁਸੀਂ ਬੁਲਵਾ ਕੇ ਔਰ ਉਹਦਾ ਇਨਕਾਊਂਟਰ ਡੁਗਰੀ ਦੇ ਕੋਲ HB ਸਿੰਘ SHO ਡਿਵੀਜ਼ਨ ਨੰਬਰ 5 ਨੇ ਕੀਤਾ। ਫਿਰ ਮਨਮੋਹਨ ਸਿੰਘ ਇੰਸਪੈਕਟਰ ਵੀ ਉੱਥੇ ਆ ਗਿਆ ਔਰ ਇਸ ਬੰਦੇ ਦਾ ਪਤਾ ਸੀ ਇਹ ਕੌਣ ਆ, ਫਿਰ ਵੀ ਇਹਨੂੰ ਅਣਪਛਾਤਾ ਅਨਆਇਡੈਂਟੀਫਾਈਡ ਦਿਖਾ ਕੇ ਤੇ ਇਹਦਾ ਕੀ ਨਾਂ ਕੀ ਦੱਸਦਾ ਇਹਦਾ? ਆਤਮਜੋਤ ਸਿੰਘ ਰਾਜੂ। ਸਾਹਿਬ ਤੁਸੀਂ ਮਤਲਬ ਮੇਰੇ ਲਈ ਉਹ ਕਹੋਗੇ ਤੇ ਜਵਾਬ ਬਾਰ-ਬਾਰ ਇੱਕੋ ਹੀ ਦੇ ਰਿਹਾ ਕਿ ਤੈਨੂੰ ਕੁਝ ਯਾਦ ਨਹੀਂ ਆ ਰਿਹਾ। ਕਿਉਂਕਿ ਮੈਂ ਲੁਧਿਆਣੇ ਕਾਫੀ ਦੇਰ ਰਿਹਾ, ਵਿੱਚ ਪਟਿਆਲੇ ਵੀ ਰਿਹਾ, ਥੋੜ੍ਹੀ ਦੇਰ ਜਲੰਧਰ ਵੀ ਰਿਹਾ। ਇਹ ਲੁਧਿਆਣੇ ਹੀ ਰਿਹਾ ਥਰੂ ਐਂਡ ਥਰੂ, ਰਾਈਟ ਫਰੋਮ his joining the force as a SPO right up to inspector। ਪਰ ਇਸ ਤਰ੍ਹਾਂ ਦੇ ਕੇਸ ਹੋਏ ਸੀਗੇ ਵੀ ਇਸ ਤਰ੍ਹਾਂ ਕਿਸੇ ਨੂੰ ਬੁਲਾ ਕੇ ਤੇ ਉਹਨੂੰ ਗੋਲੀ ਮਾਰਤੀ ਜਾਵੇ ਔਰ ਉਹਦਾ ਕਿਸੇ ਨੂੰ? ਏਦਾਂ ਕਿੱਦਾਂ ਹੋ ਸਕਦਾ? ਨਹੀਂ ਸਮਝਦਾ, ਏਦਾਂ ਕਿੱਦਾਂ ਹੋ ਸਕਦਾ? ਬੁਲਾ ਕੇ ਕਿਸੇ ਨੂੰ ਗੋਲੀ ਮਾਰਨੀ, ਤੁਸੀਂ ਕਿੰਨੀ ਬੜੀ ਮੁਸੀਬਤ, ਕਿੰਨੀ ਬੜੀ ਲੈ ਲਵਾਂਗੇ ਅਸੀਂ ਆਪਣੇ ਲਈ। ਮਤਲਬ ਓਕੇ, ਜੇ ਕਿਸੇ ਨੂੰ ਬੁਲਾਇਆ ਤੇ ਔਰ ਦੂਜੀ ਗੱਲ ਇਹ ਸੀ ਸਾਹਿਬ, ਜੇ ਕਿਸੇ ਨੂੰ ਬੁਲਾਇਆ ਜਾਂਦਾ ਸਰ ਉਸ ਜ਼ਮਾਨੇ ਦੇ ਵਿੱਚ, ਤੇ ਇਕੱਲਾ ਤੇ ਕਦੇ ਆਇਆ ਹੀ ਕੋਈ ਨਹੀਂ ਅੱਜ ਤੱਕ। ਜਦ ਤੇ ਉਹਦੇ ਨਾਲ 5-10 ਬੰਦੇ, ਕੋਈ ਲੋਕਲ ਲੀਡਰ ਜਾਂ ਪੇਰੈਂਟਸ ਜਾਂ ਰਿਸ਼ਤੇਦਾਰ ਜਾਂ ਕੋਈ ਸਿਫਾਰਸ਼ਾਂ 2-4 ਨਾਲ ਨਾ ਹੋਣ, ਕਦੇ ਹੋਇਆ ਹੀ ਨਹੀਂ। ਤਾਂ ਇਹ ਜਿਹੜਾ ਵੀ ਇਹਨੇ ਜਿਹੜੇ ਬੰਦੇ ਦਾ ਵੀ ਨਾਂ ਲੈ ਰਿਹਾ, ਜੇ ਉਹਨੂੰ ਬੁਲਾਇਆ ਤੇ ਬੁਲਾਉਣ ਦਾ ਮਤਲਬ ਇਹ ਹੈ ਨੋਬਡੀ ਵਿਲ ਵਾਕ ਇਵਨ ਟੁਡੇ ਇਨ ਪੰਜਾਬ, ਇਵਨ ਟੁਡੇ। ਉਹਨੇ ਐਕਚੁਅਲੀ 8-10 ਬੰਦਿਆਂ ਦੇ ਨਾਲ ਦੱਸਿਆ ਵੀ ਆ ਵੀ ਉੱਥੇ ਸੀਗੇ। ਸੋ ਮੇਬੀ ਵੀ ਸ਼ੁੱਡ ਚੈੱਕ ਵਿਦ ਆਲ ਦੋਜ਼ ਪੀਪਲ। BS ਗਿੱਲ ਨੇ ਕੋਈ ਖਾਸ ਸਪਸ਼ਟ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਅਸੀਂ ਕੁਝ ਹੋਰ ਆਫੀਸਰਸ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ। ਸੁਮੇਧ ਸਿੰਘ ਸੈਣੀ ਦੇ ਅਸੀਂ ਘਰ ਫੋਨ ਵੀ ਕੀਤਾ, ਮੈਸੇजेस ਵੀ ਛੱਡੇ, ਲੇਕਿਨ ਉਹ ਫੋਨ ਦੇ ਉੱਪਰ ਨਹੀਂ ਆਏ। ਇਸੇ ਤਰ੍ਹਾਂ ਹੀ ਅਸੀਂ ਕੋਸ਼ਿਸ਼ ਕੀਤੀ ਸ਼ਿਵ ਕੁਮਾਰ ਦੇ ਨਾਲ ਫੋਨ ਦੇ ਉੱਤੇ ਸੰਪਰਕ ਕਰਨ ਦੀ। ਉਹਨਾਂ ਨੇ ਆਪਣਾ ਫੋਨ ਸਵਿਚ ਆਫ ਕਰ ਦਿੱਤਾ। ਅੱਤਵਾਦ ਦੇ ਦਿਨਾਂ 'ਚ ਪੁਲਿਸ ਕੋਲ ਅਣਮਿੱਥੀਆਂ ਤਾਕਤਾਂ ਸਨ ਅਤੇ ਉਹ ਆਪਣੀ ਮਰਜ਼ੀ ਮੁਤਾਬਕ ਲੋਕਾਂ ਨੂੰ ਫੜਦੇ, ਮਾਰਦੇ ਜਾਂ ਛੱਡਦੇ ਸਨ। ਪਿੰਕੀ ਨੇ ਦੱਸਿਆ ਕਿ ਇੱਕ ਵਾਰੀ ਲੁਧਿਆਣਾ ਪੁਲਿਸ ਨੇ 1999 'ਚ ਇੱਕ ਹਿੰਦੂ ਗਰਮਦਲੀ ਸੰਗਠਨ ਦਾ ਪਰਦਾਫਾਸ਼ ਕੀਤਾ ਸੀ, ਪਰ ਉਸ ਵੇਲੇ ਦੇ SSP ਨੇ ਇੱਕ BJP ਦੇ ਲੀਡਰ ਦੇ ਕਹਿਣ ਤੇ ਇਸ ਸਾਰੇ ਮਸਲੇ ਨੂੰ ਰਫਾ ਦਫਾ ਕੀਤਾ। ਪਿੰਕੀ ਨੇ ਇਹ ਵੀ ਖੁਲਾਸਾ ਕੀਤਾ ਕਿ ਕਿਵੇਂ
ਇੱਕ ਮੰਨਿਆ ਪ੍ਰਮੰਨਿਆ ਖਾੜਕੂ ਵਿਚਾਰਕ ਫੜਿਆ ਅਤੇ ਛੱਡਿਆ ਗਿਆ। ਉਸ ਵੇਲੇ ਦਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਗੁਰਜੀਤ ਸਿੰਘ ਹਰੀਹਰ ਚੌਕ ਫੜ ਕੇ ਲੁਧਿਆਣੇ ਦੇ CRPF ਕੈਂਪ 'ਚ ਰੱਖਿਆ ਗਿਆ ਸੀ। ਕੁਝ ਦਿੱਲੀ ਤੋਂ ਸਿਆਸੀ ਲੀਡਰਾਂ ਦੇ ਦਖਲ ਨਾਲ ਇਸ ਨੂੰ ਰਿਹਾ ਕਰ ਦਿੱਤਾ ਗਿਆ, ਇਹ ਪਿੰਕੀ ਨੇ ਦਾਅਵਾ ਕੀਤਾ। ਉਸ ਵੇਲੇ AP ਪਾਂਡੇ ਉੱਥੇ ਪੁਲਿਸ ਮੁਖੀ ਵਜੋਂ ਤਾਇਨਾਤ ਸਨ। ਦੱਸੋਗੇ ਜ਼ਰਾ ਕਿ ਆਪਣੀ ਗੱਲਾਂ ਬਾਤਾਂ 'ਚ ਇਹ ਨਿਕਲਿਆ ਵੀ ਕਈ ਵਾਰ ਜਿਹੜੇ ਸੀਨੀਅਰ ਅਫਸਰ ਆ ਜਿਹਨੂੰ ਜੀ ਕਰਦਾ ਸੀ ਫੜ ਲੈਂਦੇ ਸੀ, ਜਿਹਨੂੰ ਜੀ ਕਰਦਾ ਸੀ ਛੱਡ ਦਿੰਦੇ ਸੀ। ਔਰ 1989 'ਚ ਉਦੋਂ ਇੱਕ ਅਫਵਾਹ ਉੱਡੀ ਸੀ ਉੱਥੇ ਵੀ ਉੱਥੇ ਕੁਝ ਬੰਦੇ ਕਿਸੇ ਹਿੰਦੂ ਸੰਗਠਨ ਦੇ ਬੰਦੇ ਫੜੇ ਗਏ ਸੀਗੇ। ਉਹ ਤੁਹਾਨੂੰ ਉਸ ਗੱਲ ਬਾਰੇ ਕੋਈ ਹੈ ਜਾਣਕਾਰੀ? ਉਹਦੇ ਬਾਰੇ ਜਾਣਕਾਰੀ ਇੱਦਾਂ ਹੈ ਜੀ ਵੀ ਮੇਰੀ ਪੋਸਟਿੰਗ ਸੀਗੀ CIA ਲੁਧਿਆਣੇ, ਅਤੇ ਮੇਰਾ ਨਾਲ ਹੀ ਯੂਨੀਵਰਸਿਟੀ ਦੀ ਬੈਕ 'ਤੇ ਮਹਾਰਿਸ਼ੀ ਵਾਲਮੀਕ ਨਗਰ ਇੱਕ ਕਲੋਨੀ ਹੈਗੀ ਹੈ ਜੋ ਕਿ ਇੰਪਰੂਵਮੈਂਟ ਟਰਸਟ ਲੁਧਿਆਣਾ ਦੀ ਬਣਾਈ ਹੈ ਜੀ। ਉਹਦੇ ਵਿੱਚ ਮੈਂ ਆਪਦਾ ਮੁੱਲ ਦਾ ਘਰ ਲਿਆ ਸੀ, ਮੇਰੀ ਉੱਥੇ ਰਿਹਾਇਸ਼ ਸੀਗੀ, ਅਤੇ ਮੈਂ ਅਮੂਮਨ 8 ਵਜੇ ਸ਼ਾਮ ਨੂੰ CIA ਤੋਂ ਸਕੂਟਰ 'ਤੇ ਆਪਦੇ ਘਰ ਜਾਂਦਾ ਸੀ। ਮੇਰੇ ਨਾਲ ਹੀ ਕਾਂਸਟੇਬਲ ਹਰਜਿੰਦਰ ਸਿੰਘ ਜੋ ਕਿ ਸੁਹਾਲੀ ਖਰੜ ਦੇ ਕੋਲ ਦਾ ਰਹਿਣ ਵਾਲਾ, ਉਹ ਗਨਮੈਨ ਮੇਰੇ ਨਾਲ ਲੱਗਾ ਸੀ। ਅਸੀਂ ਜਦੋਂ 8 ਵਜੇ ਘੁਮਾਰ ਮੰਡੀ ਤੋਂ ਨਿਕਲੇ ਤਾਂ ਉਹ ਗਲੀਆਂ ਦੇ ਵਿੱਚੋਂ ਜਾ ਰਹੇ ਸੀ ਤਾਂ ਪਿੱਛੋਂ ਇੱਕ ਹੀਰੋ ਹੋਂਡਾ ਬੜੀ ਤੇਜ਼ ਸਪੀਡ 'ਤੇ ਸਾਡੇ ਆਇਆ। ਅਸੀਂ ਥੋੜ੍ਹਾ ਜਿਹਾ ਸ਼ੱਕ ਕੀਤਾ, ਅਸੀਂ 1-2 ਗਲਤ ਮੁੜ ਗਏ, ਉਹ ਸਾਡੇ ਮਗਰ ਹੀ ਰਿਹਾ। ਮਗਰ ਰਹਿਣ 'ਤੇ ਅਸੀਂ ਚਲੋ ਸਕੂਟਰ ਜਿੰਨਾ ਕੁ ਭਜਾਣਾ ਸੀ, ਉਹ ਮੋਟਰਸਾਈਕਲ ਤੇਜ਼ ਸੀ ਸਾਡੇ ਨਾਲੋਂ। ਇਨ ਦੀ ਮੀਨ ਟਾਈਮ ਜਦੋਂ ਮੈਨੂੰ ਸ਼ੱਕ ਪਿਆ ਵੀ ਸਾਡੇ ਮਗਰ ਨੇ, ਮੇਰੇ ਕੋਲ ਵਾਕੀ ਟਾਕੀ ਸੈੱਟ ਸੀ ਛੋਟਾ, ਉਹ ਵਾਕੀ ਟਾਕੀ 'ਤੇ ਅਸੀਂ ਕਾਲ ਕਰਤੀ ਬ੍ਰੇਵੋਏਡ ਨੂੰ ਕਾਲ ਕੀਤੀ ਵੀ ਸਾਡੇ ਮਗਰ ਕੋਈ ਬੰਦੇ ਲੱਗ ਗਏ ਇੱਦਾਂ ਇੱਦਾਂ। ਸਰ ਜੋਗਿੰਦਰ ਸਿੰਘ ਖਹਿਰਾ ਉਸ ਵੇਲੇ ਘੁਮਾਰ ਮੰਡੀ ਆਪਣੀ ਮਾਸਟਰ ਕਾਰ 'ਚ ਨੇੜੇ ਤੇੜੇ ਜਾ ਰਹੇ ਸੀ। ਉਹਨਾਂ ਨੇ ਉਹ ਗੱਡੀ ਯੂਨੀਵਰਸਿਟੀ 4 ਨੰਬਰ ਗੇਟ ਦੇ ਕੋਲ ਮੋੜ ਲਈ। ਉਹਨਾਂ ਤੋਂ ਥੋੜ੍ਹੀ ਦੂਰ ਫਾਸਲੇ 'ਤੇ ਅਸੀਂ ਸੀਗੇ ਅਤੇ ਉਹਨਾਂ ਨੇ ਉੱਥੇ ਨਾਕਾ ਟਾਈਪ ਜਿਹਾ 4 ਨੰਬਰ ਗੇਟ ਕੋਲ ਲਾ ਲਿਆ। ਇੱਕ ਸਕੂਟਰ ਆਇਆ ਪਰ ਉਹਦੇ ਨੂੰ ਰੋਕਿਆ, ਅਤੇ ਜਦੋਂ ਰੋਕ ਕੇ ਉਹਦੀ ਤਲਾਸ਼ੀ ਬਾਈ ਜਾਨ ਸੀ ਕਰਨ ਲੱਗ ਗਏ ਤਾਂ ਉਹਦੇ ਨਾਲ ਡੱਬ ਦੇ ਵਿੱਚੋਂ ਇੱਕ ਪਿਸਟਲ 32 ਬੋਰ ਨਿਕਲਿਆ। ਇਹ ਕੋਈ ਹੋਰ ਸਕੂਟਰ ਸੀ, ਉਹ ਮੋਟਰਸਾਈਕਲ ਵਾਲਾ ਨਹੀਂ? ਉਹ ਹੀਰੋ ਹੋਂਡੇ ਨਾਲ ਉਹ ਅਲੱਗ ਸੀ, ਇਹ ਅਲੱਗ ਸੀ, ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਸੀ। ਔਰ ਕਿਸਮਤ 22 ਲੱਖ ਕਹਿ ਲਓ ਕਿ ਇਹ ਬੰਦਾ ਵੀ ਉਸੇ ਜੈਡ ਬਲਾਕ 'ਚ ਹੀ ਰਹਿੰਦਾ ਸੀ ਜਿੱਥੇ ਮੈਂ ਰਹਿੰਦਾ ਸੀ। ਇਹਨੇ ਮਕਾਨ ਕਿਰਾਏ 'ਤੇ ਲਿਆ ਹੋਇਆ ਸੀ। ਉਹ ਜੋ ਕੁਛ ਵੀ ਹੋਇਆ ਉਹਨੂੰ ਲੈ ਗਏ CIA ਲਿਜਾ ਕੇ ਉਹਦੀ ਪੁੱਛਗਿੱਛ ਕੀਤੀ ਵੀ ਤੂੰ ਆਹ ਪਿਸਟਲ ਦੱਸ ਭਾਈ, ਇਹਦਾ ਲਾਇਸੈਂਸ ਕੋਈ? ਉਹਦੇ ਕੋਲ ਕੁਛ ਨਾ ਨਿਕਲਿਆ। ਉਹਨੇ ਦੱਸਿਆ ਕਿ ਮੈਂ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਜਿਹੜਾ ਵਰਕਰ ਹਾਂ, ਉਹਦੇ ਕਮਰੇ ਦੇ ਵਿੱਚੋਂ 3 ਸਟੇਨ ਗੰਨਾਂ, 30-32 ਕਰੀਬ ਪਿਸਟਲ, ਅੱਡ ਐਮੂਨੇਸ਼ਨ ਦੀਆਂ ਕੋਈ 3-4 ਹਜ਼ਾਰ ਦੇ ਕਰੀਬ ਗੋਲੀ, ਉਹ ਸਾਰਾ ਸਮਾਨ ਉਹਦੇ ਕੋਲ ਨਿਕਲਿਆ। ਸਾਰਾ ਨਜਾਇਜ਼? ਸਾਰਾ ਨਜਾਇਜ਼। ਸਟੇਨ ਗਨ ਤਾਂ ਨਜਾਇਜ਼ ਹੀ ਹੋਊਗੀ। 3 ਸਟੇਨ ਗੰਨਾਂ ਜੀ, 30-32 ਪਿਸਟਲ, ਔਰ ਆਊਟ ਬੋਰਸ ਦੇ ਜਿਹੜੇ ਪਿਸਟਲ ਦੇ ਕਾਰਟ੍ਰਿਜਸ ਵਗੈਰਾ ਉਹ ਸਾਰੇ। ਉਹਨੂੰ ਪੁੱਛਿਆ ਵੀ ਭਾਈ ਇਹ ਕੀ ਹੈ, ਔਰ ਉੱਥੇ ਹੀ ਆਪਣੇ ਕਮਰੇ ਉਹ ਵਾਲਮੀਕ ਨਗਰ 'ਚ ਹੀ ਰੱਖੀ ਬੈਠਾ। ਉਹ ਕਹਿੰਦਾ ਜੀ ਵੀ ਇਹ ਕਿਤੇ ਰਾਈਟਸ ਹੋ ਜਾਣ ਤਾਂ ਰਾਈਟਸ ਦੇ ਲਈ ਤਿਆਰੀ ਨਹੀਂ ਸੀ, ਆਪਣਾ ਸਮਾਨ ਜਿਹੜਾ ਇਹ ਸਾਰਾ ਤਿਆਰੀ ਕਰੀ ਬੈਠੇ ਆ। ਉੱਥੇ ਇੱਕ ਲਾਲਾ ਲਾਜਪਤ ਰਾਏ MP ਸੀਗੇ। FIR ਹੋਈ ਕਿ ਨਹੀਂ ਹੋਈ? ਫਿਰ ਨਹੀਂ, ਉਹਦੇ 'ਚ ਅਜੇ ਤਾਂ ਰਿਕਵਰੀ ਕਰਾਈ ਆ ਸਾਰੀ। ਉਹ ਰਾਜਾ ਸਭਾ ਦੇ ਮੈਂਬਰ ਸੀ। ਉਹਨਾਂ ਨੇ ਆ ਕੇ SSP ਸਾਹਿਬ ਨਾਲ ਗੱਲ ਕੀਤੀ ਵੀ ਇਹ ਜਿਹੜਾ ਸਾਡਾ ਬੰਦਾ ਸਾਡਾ ਵਰਕਰ ਹੈ ਅਤੇ ਇਹਦਾ ਆਪਾਂ ਛੱਡਣਾ, ਇਹਦਾ ਤਾਂ ਕੋਈ ਕਸੂਰ ਨਹੀਂ ਹੈ, ਸਮਾਨ ਤਾਂ ਜਿਹੜਾ ਹੈਗਾ ਇਹ ਵਿਸ਼ਵ ਹਿੰਦੂ ਪ੍ਰੀਸ਼ਦ ਦਾ। ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਨੈਕਸਟ ਅਗਲੇ ਸੰਡੇ ਸੀਗਾ, ਦੁਪਹਿਰੇ 1-1:30 ਵਜੇ ਸੈਣੀ ਸਾਹਿਬ ਆ ਗਏ CIA। ਮਗਰੇ ਲਾਲਾ ਲਾਜਪਤ ਰਾਏ ਚਿੱਟੇ ਰੰਗ ਦੀ ਮੈਟਰ ਸਿਲਕ ਦਾ ਕੁੜਤਾ ਪਜਾਮਾ ਪਾਇਆ, ਉਹ ਵੀ ਆ ਗਏ। ਉਹ ਬੰਦੇ ਨੂੰ ਬਿਲਕੁਲ ਉੱਦਾਂ ਹੀ ਭੇਜਤਾ ਵਾਪਸ ਵਿਦ ਸਮਾਨ। ਮਤਲਬ ਸਮਾਨ ਵੀ ਦੇਤਾ ਤੇ ਬੰਦਾ ਵੀ ਛੱਡਤਾ, ਔਰ ਕੋਈ FIR ਨਹੀਂ ਹੋਈ? ਕੋਈ ਕੁਛ ਨਹੀਂ ਹੋਇਆ ਉਹਦੇ 'ਤੇ। ਉਹ ਪਿੱਛੇ ਜੇ ਲੱਕੀਲੀ ਮੈਂ ਮਿਲਿਆ ਸੀਗਾ ਇਹਨਾਂ ਨੂੰ, BJP ਵਾਲਿਆਂ ਨੂੰ। ਇਹਨਾਂ ਨੂੰ ਮੈਂ ਕਿਹਾ ਵੀ ਇੰਨੀ ਦਾੜੀ ਵਾਲਾ ਇੱਕ ਬੰਦਾ ਉੱਥੋਂ ਫੜਿਆ ਸੀ ਵਾਲਮੀਕ ਨਗਰ ਤੋਂ, ਅਤੇ ਉਹਨਾਂ ਦਾ ਇੱਕ ਜਨਰਲ ਸੈਕਟਰੀ ਸੀਗਾ ਵਿੱਚੋਂ, ਕਹਿੰਦਾ ਭਾਈ ਸਾਹਿਬ ਹੈਗਾ ਬੰਦਾ ਅਜੇ ਵੀ ਸਾਡੇ ਕੋਲ ਹੀ ਆ, ਸਾਡੇ ਨਾਲ ਹੀ ਹੈ। ਮੈਨੂੰ ਇਸ ਵੇਲੇ ਨਾਂ ਤਾਂ ਨਹੀਂ ਉਹਦਾ, ਕ੍ਰਾਈਮ ਰਜਿਸਟਰ 'ਚ ਹੋਣਾ ਵੈਸੇ ਵੈਰੀਫਾਈ ਮੈਂ। ਕੋਈ ਪ੍ਰੈਸ 'ਚ ਕੋਈ ਖਬਰਾਂ ਕਿਤੇ ਕੋਈ? ਦੇਖੋ ਜਦੋਂ ਉਹਦੇ ਕੋਈ ਪਰਚਾ ਹੀ ਰਜਿਸਟਰ ਨਹੀਂ ਹੋਇਆ, ਉਹਦੀ ਅਰੈਸਟ ਹੀ ਨਹੀਂ ਪਈ, ਫਿਰ ਖਬਰਾਂ ਦਾ ਮਤਲਬ ਕੋਈ ਬਣਨ ਵਾਲੀ ਗੱਲ ਰਹਿ ਹੀ ਨਹੀਂ ਗਈ। ਔਰ ਨਾ ਹੀ ਕਿਸੇ ਸੀਨੀਅਰ ਅਫਸਰ ਨੇ ਪੁੱਛਿਆ ਵੀ ਬੰਦਾ ਕੌਣ ਸੀ, ਕਿਵੇਂ ਛੱਡਤਾ? ਕੋਈ ਸੀਨੀਅਰ ਜਿਹੜਾ ਟੌਪ ਸੀਨੀਅਰ ਲੈਵਲ ਅਫੀਸਰ ਸੀ ਉਹਨੇ ਛੱਡਿਆ।
ਉਸ ਤੋਂ ਉੱਪਰ ਕਿਸੇ ਨੂੰ ਪਤਾ ਹੀ ਨਹੀਂ ਸੀ ਇਸ ਬਾਰੇ। ਤੁਹਾਡੀ ਕਿਤੇ ਗੱਲ ਹੋਈ ਵੀ ਕਿਉਂ ਛੱਡਿਆ ਆਪਾਂ ਇਹਨੂੰ? ਨਹੀਂ, ਕਿਸੇ ਨਾਲ ਜੋ ਆਫਿਸਰ ਨੇ ਛੱਡਤਾ। ਹੁਣ ਫੰਡ ਵਾਲੇ ਦਾ ਮੇਨ ਖਹਿਰਾ ਸਾਹਿਬ ਸੀਗੇ। ਕਾਲ ਸਾਨੂੰ ਕਹਿ ਲਓ ਵੀ ਸਾਡੇ ਚੱਕਰ 'ਚ ਜੋ ਕੁਝ ਵੀ ਹੋਇਆ ਤੇ ਬਹੁਤ ਸੀ। ਸਭ ਕੁਝ ਤੁਹਾਡੇ ਸਾਹਮਣੇ ਹੋਇਆ CIA 'ਚ? ਮੈਂ ਤਾਂ ਕਾਲ ਕੀਤੀ ਹੈ ਉੱਥੇ, ਮੇਰੀ ਕਾਲ ਕਰੇ ਤੇ ਖਹਿਰਾ ਸਾਹਿਬ ਆ ਗਏ ਉੱਥੇ ਨਾਕਾ 4 ਨੰਬਰ ਗੇਟ ਤੋਂ। ਮੈਂ ਸਿੱਧਾ ਜਦੋਂ ਵੀ ਜਾਂਦਾ ਸੀ ਨਾ ਯੂਨੀਵਰਸਿਟੀ 'ਚ 4 ਨੰਬਰ 'ਚੋਂ ਇੱਕ ਅੰਦਰ ਮਸਜਿਦ ਉੱਥੇ ਮੱਤਾ ਵੀਰਵਾਰ ਉੱਥੇ ਬਹੁਤ ਵੱਡਾ ਮੇਲਾ ਲੱਗਦਾ। 4 ਨੰਬਰ ਗੇਟ ਤੋਂ ਮਸਜਿਦ 'ਚੋਂ ਸਾਹਮਣੇ ਬਾਲਮੀਕੀ ਨਗਰ। ਜੋਗਿੰਦਰ ਸਿੰਘ ਖਹਿਰਾ ਇਸ ਵੇਲੇ ਕਿੱਥੇ ਹੈ? ਉਹਨਾਂ ਦੀ ਡੈਥ ਹੋ ਗਈ ਸੀ। ਉਹ ਇੱਥੇ ਨਾ ਜਦੋਂ ਹੀ ਵਾਜ਼ SP ਰੋਪੜ ਹੈੱਡਕੁਆਟਰ, ਤਾਂ ਉਹ ਲੁਧਿਆਣੇ ਸ਼ਹਾਦਤ ਤੋਂ ਆ ਰਹੇ ਸੀ ਤੇ ਆ ਭਾਖੜਾ ਦੇ ਕੋਲ ਜਿਹੜਾ ਮੁਰਗੀ ਖਾਨਾ ਉਹਦੇ ਉੱਤੇ ਉਹਨਾਂ ਨੇ GPM ਰੱਖ ਕੇ ਉਹਦਾ ਬਰਸਟ ਮਾਰ ਕੇ ਅਟੈਕ ਕਰਤਾ ਸੀ ਉਹਨਾਂ ਦੇ, ਤੇ ਉਹਨਾਂ ਦੀ ਡੈਥ ਹੋ ਗਈ। ਗੁਰਮੀਤ ਸਿੰਘ, ਤੁਸੀਂ 1988 ਦੇ ਵਿੱਚ ਜਦੋਂ CIA ਲੁਧਿਆਣੇ ਸੀ, ਉੱਥੇ ਭਾਈ ਗੁਰਜੀਤ ਸਿੰਘ ਜਿਹੜਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਸੀਗਾ, ਉਹ ਫੜਿਆ ਗਿਆ ਸੀਗਾ। ਉਹਦੇ ਬਾਰੇ ਕੋਈ ਜਾਣਕਾਰੀ ਹੈ ਤੁਹਾਨੂੰ? ਜਾਣਕਾਰੀ ਇੰਨੀ ਕਹਿ ਜੀ ਕਿ ਉਹ GNE ਦੇ ਵਿੱਚ ਰਹਿੰਦਾ ਸੀਗਾ। ਕੌਣ ਹੈ? ਭਾਈ ਗੁਰਜੀਤ ਸਿੰਘ, ਉਹਦਾ ਪਿੰਡ ਹਰੀਹਰ ਚੌਕ ਸੀਗਾ। ਅੱਛਾ, ਉਹ ਵੱਡਾ ਗੁਰਜੀਤ ਉਹਨੂੰ ਕਹਿੰਦੇ ਸੀ। ਓਕੇ ਇਹ ਗੁਰਜੀਤ ਦੋ ਸੀਗੇ, ਇੱਕ ਛੋਟਾ ਗੁਰਜੀਤ, ਇੱਕ ਵੱਡਾ ਗੁਰਜੀਤ। ਓਕੇ। ਜਿਹੜਾ ਛੋਟਾ ਗੁਰਜੀਤ ਉਹਦਾ ਕਾਕਾ ਸੀ, ਵੱਡਾ ਗੁਰਜੀਤ ਜਿਹੜਾ ਇਹ ਹਰੀਹਰ ਚੌਕ ਦਾ ਸੀ, ਇਹ ਉੱਥੇ ਫੜ ਕੇ CIA ਲੈਂਦਾ ਸੀ। ਓਕੇ। CIA ਲੈਂਦਾ। ਇਹਦੀ ਪੁੱਛਗਿੱਛ ਜਦੋਂ ਹੋਈ ਤਾਂ ਇਹ ਮੁੱਲਾਪੁਰ ਦਾਖਾ ਇੱਕ ਪਿੰਡ ਆ, ਉੱਥੇ ਇਹਨੇ ਕਿਸੇ ਦੇ ਘਰ ਦੇ ਵਿੱਚ ਉਹਦੇ ਰਾਜਕਿਸ਼ਨ ਬੇਦੀ, ਇੱਕ ਓਮ ਪ੍ਰਕਾਸ਼ ਦਾ ਡਰਾਈਵਰ ਸੀ ਬੇਦੀ ਦਾ। ਰਾਜਕਿਸ਼ਨ ਬੇਦੀ ਉਦੋਂ DSP ਸੀ? SP ਲੁਧਿਆਣੇ ਸੀ। ਓਮਾ ਉਦੋਂ SSP ਕੌਣ ਸੀ? AP ਪਾਂਡੇ। ਔਰ DIG? DIG MS ਭੁੱਦਰ ਪਟਿਆਲੇ ਜੀ, ਮਹਿਲ ਸਿੰਘ ਭੁੱਦਰ। ਓਕੇ। ਤੇ ਇੱਕ ਹਰੀ ਮਿੱਤਰ, ਇੱਕ ਸਰਜੀਤ ਕੁਮਾਰ, ਇੱਕ ਦਰਸ਼ਨ ਸਿੰਘ। ਇਹ ਉਹ ਦਾਖੇ ਘਰ 'ਚ ਜਦੋਂ ਰੇਡ ਕਰਨ ਗਏ ਤੇ ਉੱਥੇ ਇੱਕ ਬੰਦਾ AK-47 ਲੈ ਕੇ ਇਹਨਾਂ ਦੇ ਫਾਇਰ ਕਰਨ ਲੱਗਾ ਸੀ। ਓਕੇ। ਓਮੇ ਨੇ ਉਹਨੂੰ ਜੱਫਾ ਮਾਰ ਲਿਆ। ਜੱਫਾ ਮਾਰ ਕੇ ਫਿਰ ਭਾਈ ਗੁਰਜੀਤ ਨੇ 8 ਰਾਈਫਲਾਂ ਜਿਨ੍ਹਾਂ 'ਚ ਗਰੀਸ ਲੱਗੀ ਹੋਈ ਸੀ, ਓਕੇ, ਉਹ ਕਢਾ ਕੇ ਦਿੱਤੀਆਂ। ਗਰੀਸ ਲੱਗੀ ਦਾ ਕੀ ਮਤਲਬ ਹੈ? ਉਹ ਜੀ ਬਿਲਕੁਲ ਅਨਟੱਚ ਸੀਗੀਆਂ, ਆਈਆਂ ਹੀ ਸੀ, ਵਿੱਚ ਗਰੀਸ ਫਿੱਟ ਭਰੀ ਹੋਈ ਸੀ। ਉਹ ਪੱਟ ਕੇ ਲੈਂਦੀਆਂ ਸੀ। ਇਹ ਸ਼ਿਵਕੁਮਾਰ ਉਦੋਂ ਇੰਸਪੈਕਟਰ ਸੀਗਾ ਉੱਥੇ। ਉਹਦੇ ਵਿੱਚ ਫਿਰ ਇਹਨਾਂ ਦੇ ਨਾ ਇਹ ਜਿਹੜਾ ਗੁਰਜੀਤ ਸੀ, ਇਹ ਰੋਡਿਆਂ ਦਾ ਜਵਾਈ ਸੀਗਾ। ਭਾਈ ਗੁਰਜੀਤ ਸਿੰਘ ਜਿਹੜਾ ਵੱਡਾ? ਹਾਂ, ਇਹ ਜਿਹੜੇ ਰੋਡੇ ਪਰਿਵਾਰ ਆ ਜੀ, ਇਹਨਾਂ ਦਾ ਜਵਾਈ ਸੀ। ਇਹਨਾਂ ਨੇ ਫਿਰ ਉਦੋਂ ਬੂਟਾ ਸਿੰਘ ਤੱਕ ਪਹੁੰਚ ਕੀਤੀ ਵੀ ਜੇ ਸਾਡਾ ਜਵਾਈ ਬਣਨਾ ਫਿਰ ਸਾਡੀ ਸਾਡੇ ਨਾਲ ਕਾਹਦੀ ਸਾਂਝ ਹੈ। ਇਹਨਾਂ ਨੇ ਫਿਰ ਉਹ ਸਾਰਾ ਸੈਟਅਪ ਕਰਕੇ ਉਹਨੂੰ 82 ਬਟਾਲੀਅਨ 'ਚੋਂ ਭੱਜਾ ਦਿਖਾਇਆ ਸੀ ਭਾਈ ਗੁਰਜੀਤ ਨੂੰ, ਨਾਲ ਇੱਕ CRP ਜਿਹੜਾ ਉਹਦੇ ਜਾ ਕੇ ਇਹ ਬਾਰਡਰ ਟੱਪ ਕੇ ਪਾਕਿਸਤਾਨ ਚਲੇ ਗਏ ਸੀ। ਨਹੀਂ, ਭਾਈ ਗੁਰਜੀਤ ਸਿੰਘ CRP ਬਟਾਲੀਅਨ ਦੇ ਵਿੱਚ ਸੀਗਾ ਉਸ ਵੇਲੇ? ਇੱਥੇ ਬੰਦ ਕਰਦੇ ਸੀ, ਜਿਹਨੂੰ ਵੀ ਫੜਦੇ ਸੀ CRP ਬਟਾਲੀਅਨ 'ਚ ਜਾ ਕੇ ਬੰਦ ਕਰਦੇ। ਇੱਥੇ ਸੀ CRP ਬਟਾਲੀਅਨ? ਇਹ ਦੁਗਰੀ 82 ਬਟਾਲੀਅਨ ਜਿਹੜੇ ਮਕਾਨ ਨੇ ਨਾ। CRP ਬਟਾਲੀਅਨ ਦਾ ਕਮਾਂਡੈਂਟ ਕੌਣ ਸੀ? ਕਮਾਂਡਰ ਨੇ ਇੱਕ ਉਹਦੇ ਚੰਚਲ ਸਿੰਘ ਹੁੰਦਾ ਸੀ, DSP 82 ਬਟਾਲੀਅਨ। ਓਕੇ। ਜ਼ਿਆਦਾ ਕਮਾਂਡੈਂਟ ਆਪ ਕਦੇ ਨਹੀਂ ਸੀ ਆਉਂਦਾ ਹੁੰਦਾ, ਕਮਾਂਡਰ ਨਾ ਹੀ ਉੱਥੇ ਰਹਿੰਦਾ ਸੀ। ਓਕੇ। ਉੱਥੇ ਤਾਂ ਸਿਰਫ ਜਿਹੜੀ ਨਫਰੀ ਸੀਗੀ, ਉਹ ਸਰਕਾਰੀ ਮਕਾਨ ਜਿਹੜੇ ਅੱਜ ਕੱਲ੍ਹ ਦੰਗਾ ਪੀੜਤਾਂ ਨੂੰ ਮਿਲੇ ਹੋਏ ਨੇ, ਉਹ ਸਾਰੇ ਦੁਗਰੀ CRP ਦੇ ਕੈਪਚਰ ਕੀਤੇ ਹੋਏ ਸੀ। ਓਕੇ। ਉਹਨਾਂ ਦੇ ਅੰਦਰ ਸੈੱਲ ਬਣਾਏ ਹੋਏ ਸੀ CRP ਕੈਂਪ 'ਚ। ਤੇ ਗੁਰਜੀਤ ਸਿੰਘ ਨੂੰ ਉੱਥੇ ਰੱਖਿਆ? ਉੱਥੇ ਰੱਖਿਆ। ਓਕੇ। ਉਹਦੇ ਰੱਖਣ ਤੋਂ ਬਾਅਦ ਫਿਰ ਇਹਨਾਂ ਦੀ ਕੋਈ ਸੈਟਲਮੈਂਟ ਹਾਈ ਲੈਵਲ 'ਤੇ ਹੋਈ ਹੈ। ਉਹ ਬਾਅਦ 'ਚ ਅੱਗੋਂ ਗੱਲਾਂ ਜਿਹੜੀਆਂ ਚੱਲਦੀਆਂ ਸੀਗੀਆਂ, ਉਹਦੇ 'ਚ ਇੱਕ ਤਲੋਚਨ ਸਿੰਘ ਰਿਆਸਤੀ ਜਿਹੜਾ ਉਹ ਵੀ ਢਿੱਲੋਂ ਮਾਰਿਆ ਗਿਆ ਸੀ, ਭਾਈ ਦਲਜੀਤ ਸਿੰਘ ਬਿੱਟੂ। ਤੇ ਇਹ ਤਲੋਚਨ ਰਿਆਸਤੀ ਜਾ ਕੇ ਉਹਦੀ ਸੁਲ੍ਹਾ ਕਰਾ ਰਹੇ ਸੀਗੇ ਬਿੱਟੂ ਨਾਲ ਦਿੱਲੀ। ਓਕੇ। ਉਹਦੀ ਕਾਰ ਨੂੰ ਅੱਗ ਲਾ ਲੂਗੀ। ਉੱਥੇ ਢਿੱਲੋਂ ਅਸੀਂ ਤਾਂ ਗੱਲਾਂ ਉਹ ਦੇਖੀਆਂ ਬਾਅਦ 'ਚ ਕਿ ਉਹ ਮਾਰਤਾ ਸੀ। ਭਾਈ ਗੁਰਜੀਤ ਸਿੰਘ ਉੱਥੋਂ ਭੱਜ ਗਿਆ। ਕਿੱਥੋਂ ਭੱਜ ਗਿਆ? ਦੁਗਰੀ ਤੋਂ ਭੱਜ ਗਿਆ ਕਿ ਭਜਾਇਆ ਗਿਆ? ਭਜਾਇਆ ਗਿਆ। CRP ਦੀ ਵਰਦੀ ਪਾ ਕੇ ਉਹਨਾਂ ਨੇ ਕੱਢਤਾ ਉੱਥੋਂ। ਉਹ ਬਾਰਡਰ ਉਹਨੇ ਆਪ CRP ਵਰਦੀ ਪਾਈ ਸੀ? ਗੁਰਜੀਤ ਵਰਦੀ ਸਿੰਘ ਪਾਈ, 303 ਦੀ ਰਾਈਫਲ ਦਿੱਤੀ ਨਾਲ ਦੇ ਕੇ ਉਹ ਬਾਰਡਰ ਟੱਪ ਗਿਆ। ਨਾਲ ਕੌਣ ਸੀ ਉਹਦੇ? ਉਹਦੇ ਕੋਈ ਕਿਹਨਾਂ ਨੇ CRP ਦਾ ਸਿਪਾਹੀ ਭੱਜਾ ਦਿਖਾਇਆ, ਜਿਹੜਾ ਕਿ ਬਾਅਦ 'ਚ ਅਜੇ ਤੱਕ ਉਹ ਲੱਭਿਆ ਹੀ ਨਹੀਂ ਟਿਲ ਟੂਡੇ। ਨਹੀਂ, ਪਰ ਇਹ ਜਦੋਂ ਸਭ ਕੁਝ ਹੋਇਆ ਵੀ ਕੋਈ ਬੰਦਾ CRP ਦੀ ਬਟਾਲੀਅਨ ਦੇ ਵਿੱਚ CRP ਵਰਦੀ ਪਾ ਕੇ ਕੋਈ ਜਿਹੜਾ ਖੜਖੂ ਆ ਉਹਨੂੰ ਭਜਾਇਆ, ਔਰ ਨਾਲ ਇੱਕ CRP ਦਾ ਸਿਪਾਹੀ ਨਾਲ ਉਹਦੇ ਭਜਾਇਆ। ਉਦੋਂ CRP ਦੇ ਕਿਸੇ ਨੇ ਰੌਲਾ ਨਹੀਂ ਪਾਇਆ ਵੀ ਇਹ ਕਿਉਂ ਕੀਤਾ ਤੁਸੀਂ? ਰੌਲਾ ਕਿਸੇ ਨੇ ਕੀ ਪਾਉਣਾ ਜੀ, ਉਹ ਵਿਲੇਗਲੀ ਗਿਆ ਬੰਦਾ। ਉਹਦੇ ਨਾਲ ਇਹਨਾਂ ਨੇ ਕੀ ਸੈਟਲਮੈਂਟ ਕੀਤੀ, ਕੀ ਨਹੀਂ ਕੀਤੀ। ਕੋਈ ਧੱਕੇ ਨਾਲ ਥੋੜ੍ਹੀ ਕਿਸੇ ਨੂੰ ਭੱਜ ਸਕਦਾ। ਸੈਟਿੰਗ ਨਾਲ ਉਹਨੂੰ ਭਜਾਇਆ, ਕੀ ਕਿਹਾ ਗਿਆ ਇਹ ਤਾਂ ਹੁਣ ਉਹੀ ਦੱਸ ਸਕਦਾ। ਜਦੋਂ ਇੰਨਾ ਪਤਾ ਲੱਗਿਆ ਵੀ ਉਹ ਪਾਕਿਸਤਾਨ ਚਲਾ ਗਿਆ ਤਾਂ ਉੱਥੇ ਉਹਨੂੰ ਪਾਕਿਸਤਾਨ ਸਰਕਾਰ ਨੇ ਫੜ ਕੇ ਭਾਈ ਗੁਰਜੀਤ ਸਿੰਘ ਨੂੰ ਜੇਲ੍ਹ 'ਚ ਡੱਕਤਾ। ਜਿਹੜਾ ਔਨ ਰਿਕਾਰਡ ਹੈਗਾ ਉਹ ਚੈੱਕ ਹੋ ਜਾਏਗਾ। ਉਹ ਡੱਕਦਾ, ਉਹ ਕਹਿੰਦੇ ਵੀ ਗੱਲ ਹੈ ਤੂੰ ਫੜਿਆ ਗਿਆ, ਤੈਨੂੰ ਅਸੀਂ ਕੋਈ ਐਫਰਟ ਨਹੀਂ ਕੀਤੀ ਛਡਾਉਣ ਦੀ, ਤੇ ਤੂੰ ਛੁੱਟ ਕਿੱਦਾਂ ਗਿਆ, ਕਿੱਦਾਂ ਆ ਗਿਆ ਉਰੇ। ਉਹ ਜੇਲ੍ਹ 'ਚ ਕਾਫੀ ਦੇਰ ਰਿਹਾ। ਬਾਅਦ 'ਚ ਇਹਨਾਂ ਰੋਡੇ ਪਰਿਵਾਰ ਨੇ ਉੱਪਰੋਂ ਦਖਲਅੰਦਾਜ਼ੀ ਕਰਕੇ
ਉਹਨੂੰ ਉੱਥੋਂ ਛਡਾ ਕੇ ਉਹ ਵਾਪਸ ਆ ਗਿਆ। ਤੇ ਜਿਹੜਾ ਸੀਆਰਪੀ ਵਾਲਾ ਜਵਾਨ ਸੀ ਨਾਲ, ਉਹਦੇ ਬਾਰੇ ਕੁਝ ਨਹੀਂ ਪਤਾ ਲੱਗਿਆ ਮੁੜ ਕੇ, ਕਿੱਧਰ ਗਿਆ ਕਿੱਧਰ ਨਹੀਂ। ਹੋ ਸਕਦਾ ਉਹਨੂੰ ਮਾਰ ਹੀ ਦਿੱਤਾ ਹੋਵੇ। ਵੀ ਕੁਝ ਨਹੀਂ ਕਿਹਾ ਜਾ ਸਕਦਾ ਜੀ। ਉਹ ਬੰਦਾ ਉੱਥੋਂ ਭੱਜ ਕੇ ਮੋਗੇ ਆ ਗਿਆ। ਮੋਗੇ ਇੰਸਪੈਕਟਰ CIA ਵਿਜੇ ਕੁਮਾਰ ਸ਼ਰਮਾ ਸੀਗਾ। ਵਿਜੇ ਕੁਮਾਰ ਸ਼ਰਮੇ ਨੂੰ ਪਤਾ ਲੱਗ ਗਿਆ ਵੀ ਭਾਈ ਗੁਰਜੀਤ ਆ ਗਿਆ ਇੱਥੇ, ਤੇ ਉਹ ਮੈਨੂੰ ਚੱਕ ਕੇ ਮੇਰੇ ਪਰਿਵਾਰ ਬੱਚਿਆਂ ਨੂੰ ਮਾਰਨਾ ਚਾਹੁੰਦਾ। ਪੁਲਿਸ ਹੋ ਗਈ ਤਿਆਰ, ਉਹਦੇ ਮਗਰ ਲੱਗ ਗਈ। ਇਹ ਉੱਥੋਂ ਇੱਕ ਜਗ੍ਹਾ ਤੋਂ ਫੜਿਆ ਗਿਆ, ਪਿੰਡ ਦਾ ਨਾਮ ਮੈਨੂੰ ਪਤਾ, ਬੁੱਟਰ ਤੋਂ ਫੜਿਆ ਗਿਆ ਸੀ। ਫੜ ਕੇ ਇਹਨਾਂ ਨੇ ਫਿਰ ਉਹ ਭਾਈ ਗੁਰਜੀਤ ਸਿੰਘ ਉੱਥੇ, ਉਦੋਂ ਬਚਨ ਸਿੰਘ ਰੰਧਾਵਾ DSP ਸੀ। ਕਿੱਥੇ ਸੀ DSP? ਮੋਗਾ। ਉਹ ਭਾਈ ਗੁਰਜੀਤ ਉੱਥੇ ਮਾਰਿਆ ਗਿਆ ਸੀਗਾ, ਜਿਹੜਾ ਵੱਡਾ ਸੀ। ਐਨਕਾਊਂਟਰ ਹੋਇਆ ਉੱਥੇ? ਨਹੀਂ, ਬਸ ਪੁਲਿਸ ਨੇ ਮਾਰ ਕੇ ਸੁੱਟਿਆ ਜੀ ਉਹ। ਉਦੋਂ ਬਾਅਦ ਜਿਹੜਾ ਛੋਟਾ ਗੁਰਜੀਤ ਕਾਕਾ ਸੀਗਾ, ਉਹ ਗੁਰਜੀਤ ਕਾਕਾ GNE ਤੋਂ ਫੜਿਆ ਗਿਆ। ਉਹ ਗੁਰਜੀਤ ਕਾਕੇ ਨੂੰ ਫਿਰ ਇਹਨਾਂ ਨੇ ਕਈ ਦਿਨ ਉੱਥੇ ਰੱਖ ਕੇ ਪੁੱਛਗਿੱਛ ਕਰਨ ਤੋਂ ਬਾਅਦ ਇਹ ਲੈ ਗਏ ਸੀ ਕਿ ਉਹਨੂੰ ਰਾਜਕ੍ਰਿਸ਼ਨ ਵੇਚਦੀ ਹੋਣੀ। ਮੁੜ ਕੇ ਉਹਦਾ ਕੁਝ ਪਤਾ ਨਹੀਂ ਲੱਗਿਆ ਕਿੱਧਰ ਗਿਆ। ਅੱਛਾ, ਉਹ ਅਨਆਇਡੈਂਟੀਫਾਈਡ ਕਿਤੇ ਮਾਰ-ਮੂਰ ਦਿੱਤਾ ਜਾਂ ਕਿੱਦਾਂ? ਅਸੀਂ ਲੈ ਗਏ ਸੀ ਗੱਡੀ 'ਚ ਕੱਢ ਕੇ ਰਾਤ ਨੂੰ ਜੀ। ਦੋਵਾਂ ਬਾਰੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜਿਹੜੇ ਫੈਡਰੇਸ਼ਨ ਦੇ ਦੋ, ਵੱਡਾ ਗੁਰਜੀਤ ਤੇ ਛੋਟਾ ਗੁਰਜੀਤ, ਇਹਨਾਂ ਦੋਨਾਂ ਦੇ ਮਰਨ ਤੋਂ ਬਾਅਦ ਉਹ ASS ਦਾ ਪ੍ਰੈਜ਼ੀਡੈਂਟ ਜਿਹੜਾ ਦਲਜੀਤ ਬਿੱਟੂ ਬਣਿਆ ਸੀ। ਓਕੇ। ਤੇ ਉਹ ਦਲਜੀਤ ਬਿੱਟੂ ਨੇ ਫਿਰ ਕਮਾਂਡ ਸੰਭਾਲੀ ਸੀਗੀ। ਸਾਬਕਾ ਇੰਸਪੈਕਟਰ ਗੁਰਮੀਤ ਸਿੰਘ ਨੇ ਇੱਕ ਹੋਰ ਦਿਲਚਸਪ ਵਾਕਿਆ ਦਾ ਜ਼ਿਕਰ ਵੀ ਕੀਤਾ ਕਿ ਕਿਵੇਂ ਕਰਤਾਰਪੁਰ ਦਾ ਇੱਕ ਚੋਡਾ ਨਾਂ ਦਾ ਖਾੜਕੂ ਫੜਿਆ ਅਤੇ ਫਿਰ ਦਬਾਅ ਹੇਠ ਛੱਡਿਆ ਗਿਆ। ਪਿੰਕੀ ਮੁਤਾਬਕ ਉਸ ਖਾੜਕੂ ਨੇ ਇਹ ਵੀ ਦੱਸਿਆ ਕਿ ਕਈ ਵੱਡੇ ਖਾੜਕੂ ਲੀਡਰ ਉੱਚ ਪੱਧਰੀ ਪੁਲਿਸ ਅਫਸਰਾਂ ਦੇ ਸੰਪਰਕ ਵਿੱਚ ਸਨ। ਇਹ ਵੈਸੇ ਚੰਗੀ ਗੱਲ ਕਰ ਰਹੇ ਤੁਸੀਂ ਕਿ ਐਟਲੀਸਟ ਜ਼ਮੀਰ, ਤੁਹਾਡੀ ਤੇ ਜ਼ਮੀਰ ਜਾਗੀ ਆ। ਮੈਂ ਨਹੀਂ ਆਂਦਾ ਵੀ ਤੁਸੀਂ ਵੀ ਕੋਈ ਜ਼ਰੂਰ ਐਕਸੈਸਿਸ ਕੀਤੀਆਂ ਹੋਣੀਆਂ ਵਾ, ਜਦੋਂ ਧੱਕਾ ਕੀਤਾ ਹੋਣਾ। ਐਕਸੈਸਿਸ ਕਰੀ ਗਏ ਸਭ ਕੁਝ, ਜਦੋਂ ਲਾਸਟ ਤੇ ਆ ਕੇ ਮੈਂ ਦੇਖਿਆ ਕਿ ਇਹ ਸਾਰਾ ਅੱਤਵਾਦ ਜਿਹੜਾ ਹੈ, ਇਹਨਾਂ ਦੇ ਉੱਤੇ ਵੀ ਇੱਕ ਕਿੰਗ ਬੈਠਾ ਹੈ ਜੋ ਇਹ ਸਭ ਕੁਝ ਕਰਾ ਰਿਹਾ। ਇਹ ਕੌਣ ਹੈ? ਕੌਣ ਕਿੰਗ ਕਰਾ ਰਿਹਾ ਇਹ ਸਭ ਕੁਝ? ਬਹੁਤ ਧਿਆਨ ਤੋਂ ਮੈਂ ਸਾਰੀ ਗੱਲ ਦੱਸੂਗਾ। ਅਸੀਂ ਕਿਹਾ ਵੀ ਸਾਨੂੰ ਤਾਂ ਇਹ ਅਗਰ IG ਐਡੀਸ਼ਨਲ DGP ਲੈਵਲ ਦੇ ਲੋਕ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਨਾਲ 2-2 ਘੰਟੇ ਟੈਲੀਫੋਨ 'ਤੇ ਰੋਜ਼ ਗੱਲ ਕਰਦੇ ਨੇ, ਤੇ ਫਿਰ ਸਾਨੂੰ ਕਿਉਂ ਬੇਵਕੂਫ ਬਣਾ ਕੇ ਲੜਾਈ ਜਾਂਦੇ ਨੇ? ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨਾਲ ਕੋਈ ਸੀਨੀਅਰ ਅਫਸਰ ਗੱਲ ਕਰਦੇ ਸੀ IG ਲੈਵਲ ਦੇ? 1.5 ਤੋਂ 2 ਘੰਟੇ ਦੇ ਦੌਰਾਨ ਰੋਜ਼ ਗੱਲ ਹੁੰਦੀ ਸੀ। ਤੁਸੀਂ ਇਹ ਦੇਖੋ ਕਿ ਜਦੋਂ ਸੈਣੀ ਸਾਹਿਬ ਬਦਲੇ, ਸਰ ਪਰਮਜੀਤ ਸਿੰਘ ਸੰਧੂ SSP ਲਾਗੇ ਲੁਧਿਆਣੇ ਜੀ, ਆਉਂਦੇ ਹੀ ਉਹ ਕਹਿੰਦੇ ਜੀ ਮੈਂ ਸੁਣਿਆ ਇੱਥੇ ਕੋਈ ਪਿੰਕੀ ਹੈ, ਫਲਾਣਾ ਟਮਕਾਣਾ, ਇਹ ਲੋਕਾਂ ਨੂੰ ਬੜਾ ਮਾਰਦਾ, ਇਹਨੂੰ ਕੋਈ ਕਿਸੇ ਨੂੰ ਬੁਲਾਉਣਾ ਨਹੀਂ, ਕਿਸੇ ਨੂੰ ਫੜੇਗਾ ਨਹੀਂ, ਘਰ ਬਹਿ ਜਾਵੇ ਆਰਾਮ ਨਾਲ, ਤਨਖਾਹ ਲੈ ਜਾ ਕਰੇ। ਮੈਂ ਆਰਾਮ ਨਾਲ ਆਪਣਾ ਬਿਲਕੁਲ ਰੈਸਟ ਕੀਤੀ ਘਰੇ, ਸਵੇਰੇ ਜਾਣਾ ਜਿਮ, ਘੰਟਾ ਜਿਮ ਲਾਉਣਾ ਆਪਦਾ। ਉਹਦੇ ਵਿੱਚ ਇਨ ਦੀ ਮੀਨ ਟਾਈਮ ਸਾਡੇ ਇੱਕ ਇੰਸਪੈਕਟਰ ਸੀਗਾ SHO 6 ਨੰਬਰ ਸੋਢਾ, ਉਹ ਮਾਰਿਆ ਗਿਆ। ਮਾਂਗੜ ਸਾਹਿਬ ਦੇ ਬੰਬ ਲੱਗ ਗਿਆ। ਉੱਧਰ ਗਵਰਨਰ ਪੰਜਾਬ ਦੇ ਬੰਬ ਲੱਗ ਗਿਆ। ਵਾਰਦਾਤਾਂ ਦਾ ਹੜ੍ਹ ਆ ਗਿਆ ਉੱਥੇ। ਮੈਨੂੰ ਬੁਲਾਇਆ, ਕਹਿੰਦੇ ਦੇਖੋ ਜੀ ਕਰੋ ਕੁਝ। ਮੈਂ ਕਿਹਾ ਜੀ ਆਰਾਮ ਕਰ ਰਹੇ ਹਾਂ ਬਿਲਕੁਲ, ਆਪਾਂ ਕੀ ਕਰਨਾ, ਜੋ ਤੁਹਾਡਾ ਹੁਕਮ ਹੈ ਉਹਦੀ ਪਾਲਣਾ ਹੋ ਰਹੀ ਹੈ, ਬੈਠੇ ਆ। ਚਲੋ ਨਿਕਲੇ। ਅਸੀਂ ਇੱਕ ਚੋਡਾ ਨਾਂ ਦਾ ਵਿਅਕਤੀ ਕਰਤਾਰਪੁਰ ਦਾ ਫੜ ਲਿਆ। ਚੋਡੇ ਕੋਲੋਂ 9mm ਪਿਸਟਲ ਮਿਲ ਗਿਆ ਸੀ, ਉਹਨੂੰ ਲੈ ਸੀ ਉਹਦੀ ਪੁੱਛਗਿੱਛ ਕੀਤੀ। ਇੱਕ CBI ਦਾ ਅਫੀਸਰ IB ਦਾ ਜਲੰਧਰ ਸ਼ਰਮਾ ਆ ਗਿਆ ਉੱਥੇ। ਮੈਨੂੰ ਕਹਿੰਦਾ ਯਾਰ ਵਾਟ ਇਜ਼ ਦਿਸ, ਤੁਸੀਂ ਇਹਨੂੰ ਬੰਦੇ ਨੂੰ ਕੁੱਟੀ ਜਾਂਦੇ ਹੋ, ਸਾਡਾ ਤਾਂ ਇਹ ਸੋਰਸ ਹੈ। ਮੈਂ ਕਿਹਾ ਜੇ ਇਹ ਤੁਹਾਡਾ ਸੋਰਸ ਹੈ ਜਿਹਨੇ ਸਾਡਾ ਇੱਕ ਇੰਸਪੈਕਟਰ ਮਾਰਤਾ, DG ਦੇ ਸਾਡੇ ਤੇ ਬੰਬ ਲਾਤਾ ਜੀ, ਤੇ ਫਿਰ ਤੁਹਾਡਾ ਸੋਰਸ ਕਾਹਦਾ ਹੈ, ਮੈਨੂੰ ਇਹ ਗੱਲ ਦੱਸੋ ਜੀ। ਉਹ ਕਹਿੰਦਾ ਟਾਈਮ ਟੂ ਟਾਈਮ ਅਸੀਂ ਤੁਹਾਨੂੰ ਰੋਜ਼ ਇਨਫੋਰਮੇਸ਼ਨ ਹਰ ਇੱਕ ਥਾਣੇ ਨੂੰ ਭੇਜਦੇ ਹਾਂ ਵੀ ਅੱਜ ਕੱਲ੍ਹ ਆ ਫਲਾਣਾ ਗਰੁੱਪ ਹੈ ਜਿਹੜਾ ਇਹ ਸਰਗਰਮ ਹੈ। ਤੁਸੀਂ ਕਹਿੰਦਾ ਪਿਛਲੇ 2 ਮਹੀਨੇ ਦੀ ਆਪਣੀਆਂ ਸਾਰੀਆਂ ਤੁਸੀਂ ਪੜ੍ਹਦੇ ਇਹਨੂੰ ਚੱਕ ਕੇ ਰੱਦੀ ਟੋਕਰੀ ਸਿਰ ਦਿੰਦੇ ਹੋ। ਤੁਹਾਨੂੰ ਭੇਜਿਆ ਵੀ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਮਨੋਹਰ ਧੀਰਾ, EC ਅੱਜ ਕੱਲ੍ਹ ਟਰਾਂਸਪੋਰਟ ਨਗਰ ਲੁਧਿਆਣੇ ਸਰਗਰਮ ਨੇ। ਔਰ ਉਹ ਜਿਹੜਾ ਬੰਦਾ ਸੀ ਚੋਡਾ, ਉਹ ਕਰਤਾਰਪੁਰ ਉਹ ਕਹਿੰਦਾ ਮੈਂ ਇਹਨਾਂ ਨੂੰ ਕਿਹਾ ਵੀ ਠੀਕ ਹੈ, ਮੈਂ ਰਾਤ ਨੂੰ ਅਸੀਂ ਸਵਰਾਜ ਮਾਜਦਾ ਜੀ ਸੌਂਦੇ ਹਾਂ। ਉਹਨਾਂ ਦਿਨਾਂ 'ਚ ਮੰਡਲ ਕਮਿਸ਼ਨ ਦਾ ਰੌਲਾ ਚੱਲ ਰਿਹਾ ਸੀ ਅਤੇ ਉਹ ਤੇਲ ਨੂੰ ਘੱਟ ਮਿਲਦਾ ਸੀ, ਲਾਈਨ 'ਚ ਖੜ੍ਹ ਜਾਣਾ 5-7 ਘੰਟੇ ਗੱਡੀ 'ਚ ਤੇਲ ਪਵਾਉਣ ਲਈ ਖੜ੍ਹੇ ਰਹਿਣਾ, ਵੀ ਮੈਂ ਇਹਨਾਂ ਨੂੰ ਮਾਰ ਦਿੰਦਾ। ਉਹ ਕਹਿੰਦਾ IB ਵਾਲੇ ਕਹਿੰਦੇ ਵੀ ਤੈਨੂੰ ਬੜਾ ਸੀ ਔਖਾ ਵਿੱਚ ਵਾੜਿਆ, ਇਹ ਮਰ ਜਾਣਗੇ, ਤੇਰਾ ਇੱਥੇ ਕੰਮ ਖਤਮ ਹੋ ਜੂ, ਤੂੰ ਅੱਗੇ ਚੱਲ, ਅਜੇ 5 ਵਾਰ ਤੱਕ ਪਹੁੰਚ, ਦਲਜੀਤ ਬਿੱਟੂ ਤੱਕ ਪਹੁੰਚ, ਫਲਾਣੇ ਤੱਕ, ਇਸ ਲਈ ਤੂੰ ਚੁੱਪ ਰਹਿ। ਉਹ ਕਹਿੰਦਾ ਵੀ ਤੁਸੀਂ ਇਹਨੂੰ ਹੁਣ ਕਿਉਂ ਕੁੱਟੀ ਜਾਂਦੇ? ਚਲੋ ਦੇਖੀ ਸਾਰੀ ਗੱਲ। ਤੀਜੇ ਦਿਨ ਸ਼ਾਮ ਨੂੰ ਮੈਨੂੰ SSP ਸਾਹਿਬ ਨੇ ਕੋਠੀ ਬੁਲਾ ਲਿਆ।
ਕਹਿੰਦੇ ਵੀ ਆ ਇੱਕ ਚਿੱਠੀ ਆਈ ਆ, ਮੈਨੂੰ ਥ੍ਰੈਟ ਹੈ ਇਹਦੇ 'ਚ ਵੀ ਤੈਨੂੰ ਮਾਰ ਦੇਣਾ, ਤੇ ਤੂੰ ਜਿਵੇਂ ਇਹਨੂੰ ਫੜਿਆ ਬੰਦੇ ਨੂੰ ਇਹਨੂੰ ਛੱਡ ਗਿਆ। ਮੈਂ ਜੀ ਮੈਂ ਛੱਡ ਕੇ ਆਵਾਂ, ਤੂੰ ਛੱਡਣਾ ਇੱਥੋਂ ਛੱਡ ਦੋ। ਨਹੀਂ, ਯੂ ਹੈਵ ਟੂ ਗੋ, ਤੂੰ ਜਾਏਗਾ। ਸੰਧੂ ਸਾਹਿਬ ਕਹਿੰਦੇ ਇਹਨੂੰ ਕਰਤਾਰਪੁਰ ਇਹਦੇ ਘਰ ਛੱਡ ਕੇ ਆਏ, ਔਰ ਇਕੱਲਾ ਜਾਏਗਾ, ਦੂਜਾ ਬੰਦਾ ਨਹੀਂ ਨਾਲ ਜਾਊ। ਮੈਂ ਕਿਹਾ ਇਹਨੂੰ ਮੈਂ ਫੜ ਕੇ ਲਿਆਂਦਾ, ਇਹਨੂੰ ਟੰਗਿਆ, ਮੈਂ ਇਹਨੂੰ ਕਿਉਂ ਛੱਡ ਕੇ ਆਵਾਂ? ਨਹੀਂ, ਤੈਨੂੰ ਜਾਣਾ ਪਊਗਾ। ਚਲੋ ਜੀ, ਮੈਂ ਉਹਨੂੰ ਲੈ ਕੇ ਤੁਰ ਪਿਆ ਕਰਤਾਰਪੁਰ। ਉਹਨੂੰ ਮੈਂ ਛੱਡ ਗਿਆ। ਮਨਮੋਹਨ ਸਿੰਘ ਇੰਸਪੈਕਟਰ ਹੁੰਦਾ ICI ਹੈ, ਉਹ ਸਵੇਰੇ 5 ਵਜੇ ਮੇਰੇ ਕੋਲ ਆ ਗਿਆ। ਮੈਨੂੰ ਕਹਿੰਦੇ ਉੱਥੇ ਬੰਦਾ ਹੈ ਨਹੀਂ ਸੀ। ਮੈਂ ਕਿਹਾ ਮੈਨੂੰ ਕੀ ਪਤਾ, ਸਾਨੂੰ ਪਤਾ ਹੋਣਾ ਬੰਦਾ ਤਾਂ ਉਹ ਜਦੋਂ ਮੈਂ SSP ਸਾਹਿਬ ਦੀ ਕੋਠੀ ਬੈਠਾ ਸੀ ਉੱਥੇ ਹੀ ਇਹਨਾਂ ਨੇ ਮੰਗਾ ਲਿਆ ਸੀ। ਮੈਨੂੰ ਕਹਿੰਦੇ ਬੈਠਾ, ਤੂੰ ਇਹਨੂੰ ਜਾ ਕੇ ਛੱਡ ਗਿਆ ਉੱਥੇ। ਸੋ ਇਹਦਾ ਮਤਲਬ ਸੀਨੀਅਰ ਅਫਸਰ ਆਪ ਹੀ ਕਹਿੰਦੇ ਸੀ ਫੜ ਲਓ ਇਹਨੂੰ, ਆਪ ਹੀ ਛੁਡਵਾ ਦਿੰਦੇ ਸੀ, ਕੋਈ ਨਾ ਕੋਈ ਉਹਨਾਂ ਦੀ ਕੋਈ ਤੀਜੇ ਦਿਨ ਐਗਰੀਮੈਂਟ ਹੋ ਜਾਂਦੀ। ਗਰਜੰਟ ਉਹਨਾਂ ਨੇ ਉਹਨੂੰ ਜਗਰਾਉਂ ਦੇ ਕੋਲ ਗਗੜੇ ਪਿੰਡ ਮਾਰ ਕੇ ਉਹਦੀ ਲਾਸ਼ ਸਿਰਤੀ ਉੱਥੇ, ਉਹ ਜਿਹਨੂੰ ਫੜਿਆ ਸੀ ਤੁਸੀਂ ਚੋਡੇ ਨੂੰ। ਹਾਂ, ਉਹ ਕਹਿੰਦੇ ਵੀ ਤੂੰ ਫੜਿਆ ਗਿਆ, ਤੈਨੂੰ ਅਸੀਂ ਛਡਾਇਆ ਨਹੀਂ, ਫੜ ਕੇ ਤੂੰ ਆਪਣੇ ਛੁੱਟ ਕੇ ਆ ਗਿਆ, ਤੈਨੂੰ ਛਡਾਇਆ ਇਟ ਮੀਨ ਤੂੰ ਸਰਕਾਰ ਨਾਲ ਕਿਤੇ ਨਾ ਕਿਤੇ ਤੇਰੀ ਸੈਟਿੰਗ। ਉਹ ਫਿਰ ਮਾਰਿਆ ਗਿਆ ਉੱਥੇ, ਉਹਨੂੰ ਮਾਰ ਕੇ ਸਿੱਟਤਾ ਇਹਨਾਂ ਨੇ। ਉਹਨੇ ਮੇਰੇ ਕੋਲ ਐਡੇ ਵੱਡੀਆਂ ਵੱਡੀਆਂ ਗੱਲਾਂ ਦੱਸੀਆਂ ਵੀ ਤੁਸੀਂ ਮੈਨੂੰ ਕਿਉਂ ਕੁੱਟੀ ਜਾਂਦੇ ਹੋ? ਗਰਜੰਟ ਤਾਂ ਸਾਡੇ ਫਲਾਣੇ ਅਫਸਰ ਨਾਲ 2-2 ਘੰਟੇ ਫੋਨ ਤੇ ਗੱਲ ਕਰਦਾ। ਨਾਂ ਦੱਸਿਆ ਉਹਨੇ ਅਫਸਰ ਦਾ? ਬਿਲਕੁਲ ਟੋਟਲ ਦੱਸਿਆ। ਕੌਣ ਸੀ ਅਫਸਰ? ਚਲੋ ਲੈਟ ਦਾ ਟਾਈਮ ਕਮ, ਮੈਂ ਉਹ ਵੀ ਦੱਸ ਦੂੰਗਾ, ਕੋਈ ਗੱਲ ਨਹੀਂ। ਸੁਮੇਧ ਸਿੰਘ ਸੈਣੀ ਦਾ ਬਠਿੰਡਾ ਜਾਣ ਤੋਂ ਪਹਿਲਾਂ ਗੁਰਮੀਤ ਸਿੰਘ ਪਿੰਕੀ ਨੂੰ CIA ਲੁਧਿਆਣਾ ਵਿੱਚ ਕਰੀਬ 12 ਸਾਲ ਹੋ ਗਏ ਸਨ। ਪਿੰਕੀ ਦਾ ਕਹਿਣਾ ਹੈ ਕਿ ਉਸਨੇ ਉੱਥੇ ਕੀ ਕੁਝ ਵੇਖਿਆ, ਇਸ ਦਾ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ, ਤਦੇ ਉਹ ਅਧਿਕਾਰੀਆਂ ਨੂੰ ਚੁੱਭਦੇ ਨੇ। ਵੈਸੇ ਬੜੀ ਦੱਸਿਆ ਸੀ, ਮੈਂ ਅਸੀਂ ਹੈਰਾਨ ਹਾਂ ਵੀ ਇਹੋ ਜਿਹਾ ਕੰਮ ਵੀ ਹੁੰਦਾ ਰਿਹਾ। ਇਹ ਜਿਹਾ ਬਹੁਤ ਕੁਛ ਹੋਇਆ, ਥੋੜ੍ਹਾ ਨਹੀਂ ਹੋਇਆ। ਜਦੋਂ ਕਈ ਵਾਰੀ ਸੁਣ ਕੇ ਯੂ ਕਾਂਟ ਇਮੈਜਿਨ, ਤੁਸੀਂ ਇਮੈਜਿਨ ਨਹੀਂ ਕਰ ਸਕਦੇ ਵੀ ਹਾਊ ਇਟ ਇਜ਼ ਪੋਸੀਬਲ, ਇਹ ਗੱਲਾਂ ਹੋ ਸਕਦੀਆਂ ਕਿ ਨਹੀਂ ਹੋ ਸਕਦੀਆਂ। ਬਟ ਅਸੀਂ ਤਾਂ ਸਾਰਾ ਕੁਝ ਆਪਣੇ ਅੱਖਾਂ ਨਾਲ ਦੇਖਿਆ। ਉਸੇ ਕਰਕੇ ਜਿਹੜਾ ਆਹ ਕੋਈ ਹੋਇਆ, ਇਹਨਾਂ ਨੂੰ ਅਸੀਂ ਚੁੱਭਦੇ ਹਾਂ, ਹੋਰ ਕੋਈ ਪ੍ਰੋਬਲਮ ਨਹੀਂ ਗੀ। ਲੁਧਿਆਣੇ ਦੇ ਵਿੱਚ ਕੋਈ ਹੋਰ ਵੀ ਤੁਸੀਂ ਇਨਸੀਡੈਂਟ ਆਪਣੇ ਅੱਖੀਂ ਵੇਖਿਆ ਜੋ ਕੁਝ ਹੋਇਆ ਉੱਥੇ? ਮੈਂ ਅਰਾਊਂਡ ਅਬਾਊਟ 12 ਸਾਲ ਲਗਾਤਾਰ CIA ਰਿਹਾ। 87 ਤੋਂ ਲੈ ਕੇ ਥੋੜ੍ਹਾ ਸਮਾਂ ਮੈਂ ਵਿੱਚ ਜਗਰਾਉਂ ਗਿਆ ਸੀਗਾ। ਖੰਨੇ ਪਹਿਲਾਂ ਰਾਜਕੀਰ ਵਿਧੀ ਨਾਲ 92 'ਚ ਗਿਆ, 94 'ਚ ਫਿਰ SHO ਜਗਰਾਉਂ ਸੀ, ਫਿਰ 94 'ਚ ਮੈਂ ਇੰਚਾਰਜ CIA ਲੁਧਿਆਣੇ ਆ ਗਿਆ। 12 ਸਾਲ ਦੇ ਲੰਬੇ ਅਰਸੇ ਦੇ ਵਿੱਚ ਉੱਥੇ ਬਹੁਤ ਕੁਛ ਹੋਇਆ।